ਰਹਿ ਰਗੁਰੂ ਮੈਂ ਜਿਹੀ ਘਣ ਚੇਰੀ ਰਾਮ। ਤੂੰ ਸਾਗਰੋ ਰਤਨਾਗੁਰੂ ਹਉ ਸਾਰ ਨ ਜਾਣਾ ਤੇਰੀ ਰਾਮ। ਸਾਰ ਨ ਜਾਣਾ ਤੂੰ ਵੱਡ ਦਾਣਾ ਕਰ ਮਿਹਰਮਤ ਸਾਈਂ। ਕਿਰਪਾ ਕੀਜੈ ਸਾਮਤ ਦੀਜੈ ਆਠ ਪਹਿਰ ਤੁਧ ਧਿਆਈ। ਸੁਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਪਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਵਤ ਖਸਾਮਦੀ ਨੂਰ ਅਰਸੋਂ ਕੁਰਸੋਂ ਚੱਟੀਐ। ਤੁਧ ਡਿਠੈ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੁ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪਹਿਲਾ। ਗਿਆਨ ਬਿਹੂਣੀ ਭਵੈ ਸਵਾਈ। ਸਾਚਾ ਰੱਬ ਰਹਿਆ ਲਿਵ ਲਾਈ। ਗਿਆਨ ਵਿਹੂਣੀ ਭਵੈ ਸਬਾਈ। ਸਾਚਾ ਰੱਬ ਰਹਿਆ ਲਿਵ ਲਾਈ। ਨਿਰਭਉ ਸ਼ਬਦ ਗੁਰੂ ਸੱਚ ਜਾਤਾ। ਜੋਤੀ ਜੋਤ ਮਿਲਾਏਂਦਾ। ਅਟਲ ਅਡੋਲ ਅਤੋਲ ਮੁਰਾਰੇ। ਖਿਨ ਮਹਿ ਢਾਹੇ ਫੇਰ ਉਸਾਰੇ। ਰੂਪ ਨ ਰੇਖਿਆ ਮਿਤ ਨਹੀਂ ਕੀਮਤ। ਸ਼ਬਦ ਭੇਦ ਪਤਿਆਏਂਦਾ। ਹਮ ਦਾਸਨ ਕੇ ਦਾਸ ਪਿਆਰੇ। ਸਾਧਕ ਸਾਚ ਭਲੇ ਵਿਚਾਰੇ। ਮੰਨੇ ਨਾਉ ਸੋਈ ਜਿਣ ਜਾਸੀ। ਆਪੇ ਸਾਚ ਦ੍ਰਿੜਾਏਂਦਾ। ਹਮ ਦਾਸਨ ਕੇ ਦਾਸ ਪਿਆਰੇ। ਸਾਧਕ ਸਾਚ ਭਲੇ ਵਿਚਾਰੇ। ਮੰਨੇ ਨਾਉ ਸੋਈ ਜਿਣ ਜਾਸੀ। ਆਪੇ ਸਾਚ ਦ੍ਰਿੜਾਏਂਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਰਬ ਕਲਾ ਸਮਰੱਥ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਜਹਰਾ ਜਹੂਰ ਅਤੇ ਹਾਜ਼ਰਾ ਹਜੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਕਲਗੀਧਰ ਦਸ਼ਮੇਸ਼ ਪਿਤਾ ਜੀ ਦੇ ਇਸ ਪਾਵਨ ਚਰਨ ਸੋ ਪ੍ਰਾਪਤ ਅਸਥਾਨ 'ਤੇ ਬੈਠ ਕੇ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰਦੇ ਹਾਂ। ਪਰਮ ਪਿਤਾ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਬਣਾ ਰਹੇ ਗੁਰੂ ਸਵਾਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਕਰਨ ਦਾ, ਹਰਜਸ ਸਰਵਣ ਕਰਨ ਦਾ ਸਾਨੂੰ ਸੁਭਾਗ ਪ੍ਰਾਪਤ ਹੋਇਆ ਹੈ। ਇਸ ਸਥਾਨ ਦੀ ਮਰਜ਼ਾਦਾ ਅਨੁਸਾਰ ਜੋ ਹਰ ਰੋਜ਼ ਆਪ ਜੀ ਗੁਰ ਸ਼ਬਦ ਦੀ ਵਿਚਾਰ ਸਰਵਣ ਕਰਦੇ ਹੋ,
ਉਸ ਦਿਨ ਨਾਲ ਸੰਬੰਧਿਤ ਇਹ ਪਾਵਨ ਮੁੱਖ ਵਾਕ ਜੋ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਮਾਰੂ ਰਾਗ ਵਿੱਚ ਅੰਕਿਤ ਹੈ, ਉਸ ਦੇ ਕੁਝ ਬੰਦ ਆਪ ਜੀ ਨੇ ਸਰਵਣ ਕੀਤੇ ਨੇ। ਇਸ ਮੁੱਖ ਵਾਕ ਦਾ ਕੁਝ ਭਾਗ ਸੰਗਤਾਂ ਨੇ ਪਹਿਲੇ ਮਾਨਯੋਗ ਗਿਆਨੀ ਜੀ ਪਾਸੋਂ ਸਰਵਣ ਕੀਤਾ ਹੈ। ਮੁੱਖ ਵਾਕ ਦੀ ਆਰੰਭਤਾ ਇੱਥੋਂ ਹੁੰਦੀ ਹੈ, ਦਰਸ਼ਨ ਪਾਵਾਂ ਜੇ ਤੁਧ ਪਾਵਾਂ। ਵਾਹਿਗੁਰੂ ਜੀ ਦੇ ਦੀਦਾਰ, ਪ੍ਰਮਾਤਮਾ ਦੇ ਦੀਦਾਰ ਹਰ ਕੋਈ ਕਰਨਾ ਚਾਹੁੰਦਾ ਹੈ। ਮਨੁੱਖ ਦੇ ਮਨ 'ਚ ਇਹ ਗਿਆਨ ਤਾਂ ਧਾਰਮਿਕ ਲੋਕਾਂ ਨੇ ਦਿੱਤਾ ਹੈ ਕਿ ਕੋਈ ਰੱਬ ਹੈ, ਔਰ ਉਸ ਰੱਬ ਦੀਆਂ ਵਡਿਆਈਆਂ, ਉਸ ਰੱਬ ਦੀ ਮਹਾਨਤਾ ਸੁਣ ਕੇ ਹਰ ਮਨੁੱਖ ਦੇ ਅੰਦਰ ਉਸ ਰੱਬ ਨੂੰ ਮਿਲਣ ਦੇ ਲਈ ਖਿੱਚ ਹੈ, ਤਾਂਘ ਹੈ। ਪਰ ਉਹਦੇ ਦੀਦਾਰ ਕਿਵੇਂ ਕਰਨੇ ਨੇ, ਉਹਦੇ ਦੀਦਾਰ ਕੀ ਨੇ, ਇਹ ਗਿਆਨ ਹਰ ਕਿਸੇ ਨੂੰ ਪ੍ਰਾਪਤ ਨਹੀਂ ਹੈ। ਪਰਮਾਤਮਾ ਦੇ ਦੀਦਾਰ ਆਪਣੇ ਯਤਨ ਨਾਲ ਨਹੀਂ ਹੋ ਸਕਦੇ ਜਾਂ ਆਪਣੀ ਸਿਆਣਪ ਨਾਲ ਨਹੀਂ ਹੋ ਸਕਦੇ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਇਸ ਮੁੱਖ ਵਾਕ ਦੇ ਰਾਹੀਂ ਵਾਹਿਗੁਰੂ ਜੀ ਦੀ ਰਜ਼ਾ ਦਾ ਜ਼ਿਕਰ ਕਰਕੇ ਕਿ ਵਾਹਿਗੁਰੂ ਜੀ ਦੇ ਹੁਕਮ ਵਿੱਚ ਹੀ ਅਸੀਂ ਇਸ ਧਰਤੀ 'ਤੇ ਆਏ ਹਾਂ ਅਤੇ ਉਹਦੀ ਕਿਰਪਾ ਸਦਕਾ ਹੀ ਉਹਦੇ ਦੀਦਾਰ ਹੋ ਸਕਦੇ ਨੇ। ਉਹਦੀ ਕਿਰਪਾ ਮਨੁੱਖ 'ਤੇ ਕਿਵੇਂ ਹੁੰਦੀ ਹੈ? ਪਰਮਾਤਮਾ ਨੇ ਮਹਾਨ ਕਿਰਪਾ ਕੀਤੀ, ਸਾਨੂੰ ਮਨੁੱਖਾ ਦੇਹੀ ਬਖਸ਼ੀ ਹੈ। ਸਮੁੱਚੇ ਬ੍ਰਹਿਮੰਡ ਦੇ ਅੰਦਰ ਸਭ ਤੋਂ ਉੱਤਮ ਥਾਂ ਹੈ ਧਰਤੀ। ਧਰਤੀ ਵਰਗੀ ਕੋਈ ਥਾਂ ਨਹੀਂ ਹੈ ਇਸ ਬ੍ਰਹਿਮੰਡ ਦੇ ਅੰਦਰ, ਅਤੇ ਇਸ ਧਰਤੀ 'ਤੇ ਸਭ ਤੋਂ ਉੱਤਮ ਦੇਹੀ ਹੈ ਮਨੁੱਖ ਦੀ, ਜਿਸ ਦੀ ਵਡਿਆਈ ਗੁਰਬਾਣੀ ਅੰਦਰ ਕੀਤੀ ਕਿ ਇਸ ਦੇਹੀ ਕੋ ਸਿਮਰੈ ਦੇਵ ਸਾ ਦੇਹੀ ਭਜ ਹਰ ਕੀਸੇ। ਮਨੁੱਖਾ ਜ਼ਿੰਦਗੀ ਦਾ ਮਕਸਦ ਹੀ ਪ੍ਰਮਾਤਮਾ 'ਚ ਲਿਵਲੀਨ ਹੋਣਾ। ਗੁਰੂ ਕੇ ਪਾਵਨ ਬਚਨ ਹਰ ਰੋਜ਼ ਆਪਾਂ ਚੇਤੇ ਕਰਦੇ, ਪਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਪਰ ਉਸ ਗੋਬਿੰਦ ਦੇ ਨਾਲ ਮਿਲਣ ਕਿਵੇਂ ਹੋਵੇ? ਉਹ ਗੋਬਿੰਦ ਦਾ ਮਿਲਣ ਹੈ ਕੀ ਹੈ? ਕਿਉਂਕਿ ਉਸ ਗੋਬਿੰਦ ਦਾ, ਪ੍ਰਮਾਤਮਾ ਦਾ ਰੂਪ, ਰੰਗ, ਚੱਕਰ, ਚਿਹਨ, ਜਾਤ ਪਾਤ ਤੇ ਹੈ ਨਹੀਂ ਹੈ। ਹੁਣ ਉਹਦੇ ਨਾਲ ਮਿਲਣ ਕਿਵੇਂ ਹੋਏ? ਉਹਦੇ ਦੀਦਾਰ ਕਿਵੇਂ ਹੋਣ? ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਗੱਲ ਸ਼ੁਰੂ ਕੀਤੀ ਕਿ ਵਾਹਿਗੁਰੂ ਜੀ, ਮੈਂ ਤੁਹਾਡੇ ਦੀਦਾਰ ਤਾਂ ਹੀ ਕਰ ਸਕਦਾ ਹਾਂ ਜੇ ਤੁਹਾਡੀ ਰਹਿਮਤ ਹੋਏ, ਤੁਹਾਡੀ ਕਿਰਪਾ ਸਦਕਾ ਮੈਂ ਭਾਉ ਭਗਤੀ ਵਿੱਚ ਜੁੜ ਜਾਵਾਂ, ਆਪਣੇ ਵਿੱਚੋਂ ਹੋਮੇ ਵਾਲੇ ਹੰਕਾਰ ਵਾਲੀ ਮੱਤ ਨੂੰ ਛੱਡ ਕੇ ਤੁਹਾਡੇ ਪਿਆਰ ਜੁੜਾਂ, ਤਾਂ ਤੁਹਾਡੀ ਬਖਸ਼ਿਸ਼ ਹੋ ਸਕਦੀ ਹੈ। ਗੁਰੂ ਸਾਹਿਬ ਜੀ ਨੇ ਜਿੱਥੇ ਮਨੁੱਖਤਾ ਦੀ ਗੱਲ ਕੀਤੀ ਹੈ ਕਿ ਸਾਰੀ ਲੁਕਾਈ ਜਿਹੜੀ ਹੈ ਉਹ ਪ੍ਰਮਾਤਮਾ ਨਾਲੋਂ ਟੁੱਟ ਕੇ ਕੇਵਲ ਰੱਸਾਂ ਕਸਾਂ ਵਿੱਚ ਪੈ ਕੇ ਦੁਖੀ ਹੋ ਰਹੀ ਹੈ। ਉਹ ਸਾਧੂ ਰੋਗ ਪ੍ਰਾਪਤ ਹੋਵੇ, ਅਨੇਕਾਂ ਸਵਾਦਾਂ 'ਚ ਪੈ ਕੇ ਰੋਗ ਪੈਦਾ ਹੋਏ ਨੇ। ਜ਼ਿੰਦਗੀ ਦਾ ਮਕਸਦ ਤਾਂ ਸੀ ਪ੍ਰਮਾਤਮਾ 'ਚ ਲਿਵਲੀਨ ਹੋਣਾ। ਰੋਗੀ ਹੋਣਾ ਤੇ ਜ਼ਿੰਦਗੀ ਦਾ ਮਕਸਦ ਨਹੀਂ ਸੀ, ਦੁਖੀ ਹੋਣਾ ਤੇ ਜ਼ਿੰਦਗੀ ਦਾ ਮਕਸਦ ਨਹੀਂ ਸੀ। ਪਰ ਜਦੋਂ ਆਪਾਂ ਮਨੁੱਖੀ ਸਮਾਜ 'ਚ ਨਜ਼ਰ ਮਾਰਦੇ, ਬੇਅੰਤ ਲੁਕਾਈ ਰੋਗੀ ਹੈ, ਬੇਅੰਤ ਲੋਕ ਦੁਖੀ ਨੇ, ਚਿੰਤਾਵਾਂ 'ਚ ਨੇ। ਉਹਦਾ ਕਾਰਨ ਇਹ ਹੈ ਕਿ ਮਨੁੱਖ ਨੂੰ ਜ਼ਿੰਦਗੀ ਦਾ ਗਿਆਨ ਨਹੀਂ ਹੈ, ਔਰ ਜ਼ਿੰਦਗੀ ਦਾ ਗਿਆਨ ਨਾ ਹੋਣ ਕਰਕੇ ਮਨੁੱਖ ਦੀ ਜੀਵਨ ਜਾਚ ਨਹੀਂ ਆਈ। ਇਹ ਦੁੱਖ, ਇਹ ਰੋਗ, ਇਹ ਚਿੰਤਾਵਾਂ ਸਾਡੇ ਜੀਵਨ ਢੰਗ ਵਿੱਚੋਂ ਪੈਦਾ ਹੁੰਦੀਆਂ ਨੇ। ਪਰਮਾਤਮਾ ਦਾ ਮਿਲਣ ਇਹ ਹੈ ਕਿ ਮਨੁੱਖ ਉਸ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਦਿਆਂ ਅੰਤੋਂ ਚਿੰਤਾ ਤੋਂ ਰਹਿਤ ਹੋ ਜਾਏ, ਡਰ ਤੋਂ ਰਹਿਤ ਹੋ ਜਾਏ, ਵੈਰ ਤੋਂ ਰਹਿਤ ਹੋ ਜਾਏ। ਜੋ ਪ੍ਰਮਾਤਮਾ ਦੀ ਅਵਸਥਾ ਹੈ, ਮਨੁੱਖ ਦੀ ਅਵਸਥਾ ਉਹ ਜੀ ਬਣ ਜਾਏ, ਇਹ ਪ੍ਰਮਾਤਮਾ ਦਾ ਮਿਲਣ ਹੈ। ਅਤੇ ਸਤਿਗੁਰੂ ਜੀ ਅਗਲੀਆਂ ਪਾਵਨ ਪੰਕਤੀਆਂ ਦੇ ਰਾਹੀਂ ਜੋ ਗਿਆਨ ਸਾਨੂੰ ਦੇ ਰਹੇ ਨੇ, ਆਓ ਆਪਾਂ ਮਿਲ ਕੇ ਗੁਰੂ ਕੇ ਇਸ ਪਵਿੱਤਰ ਮੁਖਵਾਕ ਦੀ ਵਿਚਾਰ ਸਾਂਝੀ ਕਰੀਏ। ਸਤਿਗੁਰੂ ਜੀ ਦੇ ਇਹ ਪਾਵਨ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1034 ਤੇ ਸੁਭਾਇਮਾਨ ਨੇ। ਗੁਰੂ ਕੇ ਪਾਵਨ ਬਚਨਾਂ ਦੀ ਵਿਚਾਰ ਨੂੰ ਸਰਵਣ ਕਰਨ ਦੇ ਲਈ ਮਨ ਚਿਤ ਕਰਕੇ ਇਕਾਗਰ ਹੁੰਦਿਆਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਿਆਨ ਬਿਹੂਣੀ ਭਵੈ ਸਬਾਈ। ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰੇ ਕਿ ਸਮੁੱਚੀ ਲੋਕਾਈ ਜਿਹੜੀ ਹੈ ਉਹ ਗਿਆਨ ਤੋਂ ਵਿਹੂਣੀ ਹੈ, ਸੋਝੀ ਨਹੀਂ ਹੈ ਮਨੁੱਖ ਨੂੰ। ਪਰਮਾਤਮਾ ਦੀ ਸੋਝੀ ਤਾਂ ਬਹੁਤ ਮਹਾਨ ਗੱਲ ਹੈ। ਮਨੁੱਖ ਨੂੰ ਆਪਣੀ ਸੋਝੀ ਨਹੀਂ, ਆਪਣੇ ਗਿਆਨ ਨਹੀਂ ਹੈ। ਮਨੁੱਖ ਨੂੰ ਆਪਣੇ ਸਰੀਰ ਦਾ ਗਿਆਨ ਨਹੀਂ ਹੈ। ਮਨੁੱਖ ਦੀ ਜ਼ਿੰਦਗੀ ਦੀ ਕੀ ਵੈਲਿਊ ਹੈ, ਮਨੁੱਖ ਦੇ ਅੰਦਰ ਕੀ ਸਮਰੱਥਾ ਹੈ, ਮਨੁੱਖ ਕੀ ਕਰ ਸਕਦਾ ਹੈ, ਮਨੁੱਖ ਨੂੰ ਪਤਾ ਹੀ ਨਹੀਂ ਹੈ। ਦੇਖੋ, ਜੇ ਮਨੁੱਖ ਨੂੰ ਆਪਣੀ ਵੈਲਿਊ ਦਾ ਪਤਾ ਹੋਏ, ਗੁਰਬਾਣੀ ਤਾਂ ਕਹਿੰਦੀ ਮਨੁੱਖ ਧਰਤੀ ਦਾ ਰਾਜਾ ਹੈ। ਕਹੋ ਕਬੀਰ ਹਮ ਰਾਮ ਕੀ ਅੰਸ, ਅਸੀਂ ਤੇ ਪ੍ਰਮਾਤਮਾ ਦੇ ਪੁੱਤਰ ਹਾਂ। ਹੁਣ ਪ੍ਰਮਾਤਮਾ ਦਾ ਪੁੱਤਰ ਜਿਹੜਾ ਦਰ ਦਰ ਤੇ ਮੰਗਦਾ ਫਿਰੇ, ਇਹ ਮਨੁੱਖ ਹੈ ਕੋਈ?
ਹੁਣ ਇਹ ਪ੍ਰਮਾਤਮਾ ਦਾ ਪੁੱਤਰ ਨਿੱਕੀਆਂ ਨਿੱਕੀਆਂ ਗੱਲਾਂ ਪਿੱਛੇ ਵਿਕ ਜਾਏ, ਮਨੁੱਖ ਹੈ ਕੋਈ? ਅਸੀਂ ਦੇਖਦੇ ਹਾਂ ਸਾਡਾ ਸਮਾਜ ਇਸ ਵੇਲੇ ਚਿੰਤਾਵਾਂ 'ਚ, ਦੁੱਖਾਂ 'ਚ, ਭ੍ਰਿਸ਼ਟਾਚਾਰ 'ਚ ਗ੍ਰਸਤ ਹੈ। ਇਹਦੇ 'ਚ ਪ੍ਰਮਾਤਮਾ ਦਾ ਕੋਈ ਕਸੂਰ ਨਹੀਂ ਕਿ ਪ੍ਰਮਾਤਮਾ ਨੇ ਸ਼ਾਇਦ ਇਹੋ ਜਿਹਾ ਸਮਾਜ ਬਣਾਇਆ। ਇਹਦੇ 'ਚ ਕਸੂਰ ਸਾਡਾ ਹੈ ਕਿ ਸਾਨੂੰ ਗਿਆਨ ਨਹੀਂ ਹੈ, ਸਾਨੂੰ ਆਪਣੀ ਜ਼ਿੰਦਗੀ ਦਾ ਗਿਆਨ ਨਹੀਂ ਹੈ। ਭਾਈ ਗੁਰਦਾਸ ਜੀ ਨੇ ਇੱਕ ਬਚਨ ਲਿਖਿਆ, ਖਾਣੀ ਬਾਣੀ ਜੁਗ ਚਰ ਲੱਖ 84 ਜੋਨ ਉਪਾਈ, ਉੱਤਮ ਜੋਨ ਵਖਾਣੀਏ ਮਾਨ ਜੋਨ ਦੁਰਲਭ ਦਿਖਾਈ, ਸਭ ਜੂਨੀ ਕਰ ਵਾਸਤੇ ਮਾਨਸ ਨੂੰ ਦਿੱਤੀ ਵਡਿਆਈ। ਪਰ ਅਗਲੀ ਗੱਲ ਕਹੀ, ਬਹੁਤੇ ਮਾਨਸ ਜਗਤ ਵਿੱਚ ਭਰਾ ਦੀਨ ਕਿਸ ਸਮਝ ਨਾ ਪਾਈ। ਬਹੁਤੇ ਲੋਕ ਗੁਲਾਮੀ ਵਾਲਾ ਜੀਵਨ ਬਤੀਤ ਕਰ ਰਹੇ ਨੇ। ਸੁਤੰਤਰਤਾ ਮਨੁੱਖ ਦਾ ਅਧਿਕਾਰ ਹੈ, ਆਜ਼ਾਦੀ ਮਨੁੱਖ ਦਾ ਅਧਿਕਾਰ ਹੈ। ਮਨੁੱਖ ਨੂੰ ਆਜ਼ਾਦੀ ਦਾ ਪਤਾ ਹੀ ਨਹੀਂ ਹੈ ਕੀ ਹੈ, ਕਿਉਂਕਿ ਗਿਆਨ ਨਹੀਂ ਹੈ। ਮਨੁੱਖ ਜਾਂ ਸਮਾਜ ਦੇ ਦੁੱਖਾਂ ਦਾ ਕਾਰਨ ਮਨੁੱਖ ਦੀ ਅਗਿਆਨਤਾ ਹੈ। ਉਹ ਕਿੱਥੋਂ ਸ਼ੁਰੂ ਹੁੰਦੀ ਹੈ ਅਗਿਆਨਤਾ? ਉਦਾਹਰਨ ਦੇ ਤੌਰ 'ਤੇ ਅਸੀਂ ਕਹਿੰਦੇ ਜੀ ਗੌਰਮੈਂਟਾਂ ਬੜੀਆਂ ਗੰਦੀਆਂ ਨੇ, ਗੌਰਮੈਂਟਾਂ ਕੰਮ ਨਹੀਂ ਕਰਦੀਆਂ, ਭ੍ਰਿਸ਼ਟਾਚਾਰ ਵਾਪਰਿਆ ਪਿਆ ਹੈ। ਗੌਰਮੈਂਟਾਂ ਨੂੰ ਤਾਂ ਅਸੀਂ ਚੁਣਦੇ ਹਾਂ। ਜਦੋਂ ਅਸੀਂ ਗੌਰਮੈਂਟਾਂ ਚੁਣਨੀਆਂ ਹੁੰਦੀਆਂ ਸੀ ਤੇ ਥੋੜ੍ਹੀਆਂ ਥੋੜ੍ਹੀਆਂ ਗੱਲਾਂ 'ਤੇ ਵੋਟਾਂ ਪਾ ਦਿੰਦੇ ਹਾਂ। ਕੋਈ 4 ਪੈਸੇ ਦੇ ਗਿਆ, ਚੱਲ ਵੋਟ ਇਹਨੂੰ ਪਾਉਣੀ, ਕਿਸੇ ਨੇ ਸ਼ਰਾਬ ਪਿਆ ਤੀ ਵੋਟ ਇਹਨੂੰ ਪਾਉਣੀ ਆ। ਜਿਨ੍ਹਾਂ ਦਿਨਾਂ 'ਚ ਇਲੈਕਸ਼ਨ ਆ ਜਾਂਦੀ ਉਦੋਂ ਤੇ ਨਸ਼ਿਆਂ ਦਾ ਹੜ੍ਹ ਆ ਜਾਂਦਾ। ਅਸੀਂ ਕਹਿੰਦੇ ਜੀ ਪੰਜਾਬ ਨੂੰ ਨਸ਼ਿਆਂ ਦਾ ਘਰ ਬਣਾ ਦਿੱਤਾ ਲੋਕਾਂ ਨੇ, ਜਾਂ ਏਜੰਸੀਆਂ ਨੇ, ਜਾਂ ਵਿਰੋਧੀਆਂ ਨੇ। ਇਹ ਵਿਰੋਧੀਆਂ ਨੇ ਨਹੀਂ ਬਣਾਇਆ, ਇਹ ਸਾਡੀ ਡਿੱਗੀ ਹੋਈ ਮਾਨਸਿਕਤਾ ਨੇ ਬਣਾਇਆ। ਸ਼ਰਾਬ ਪੀ ਕੇ ਅਸੀਂ ਵੋਟਾਂ ਦਿੰਦੇ ਹਾਂ, ਧੜਿਆਂ ਨੂੰ ਅਸੀਂ ਵੋਟਾਂ ਦਿੰਦੇ ਹਾਂ। ਅਸੀਂ ਵੋਟਾਂ ਜਿਹੜੀਆਂ ਉਹ ਕਿਸੇ ਬੰਦੇ ਨੂੰ ਨਹੀਂ ਦਿੰਦੇ, ਅਸੀਂ ਵੋਟਾਂ ਕਿਸੇ ਚੰਗੇ ਇਨਸਾਨ ਨੂੰ ਨਹੀਂ ਦਿੰਦੇ। ਅਸੀਂ ਵੋਟਾਂ ਦਿੰਦੇ ਹਾਂ ਪਾਰਟੀਆਂ ਨੂੰ, ਅਸੀਂ ਵੋਟਾਂ ਦਿੰਦੇ ਹਾਂ ਧੜਿਆਂ ਨੂੰ, ਅਸੀਂ ਵੋਟਾਂ ਦਿੰਦੇ ਹਾਂ ਆਪਣੇ ਸਵਾਰਥ ਨੂੰ। ਜਿੰਨਾ ਚਿਰ ਇਹ ਕੁਝ ਚੱਲਦਾ ਰਹੇਗਾ ਉਹਨਾਂ ਚਿਰ ਰੱਬ ਵੀ ਸਮਾਜ ਵਿੱਚੋਂ ਭ੍ਰਿਸ਼ਟਾਚਾਰ ਨੂੰ ਦੂਰ ਨਹੀਂ ਕਰ ਸਕੇਗਾ, ਕਿਉਂਕਿ ਮਨੁੱਖ ਨੂੰ ਗਿਆਨ ਹੀ ਨਹੀਂ ਹੈ। ਮਨੁੱਖ ਨੂੰ ਜੇ ਗਿਆਨ ਨਹੀਂ ਹੈ ਤੇ ਆਪ ਹੀ ਦੁੱਖਾਂ 'ਚ ਘਿਰਿਆ ਹੋਇਆ। ਸਾਡੇ ਦੁੱਖਾਂ ਦਾ ਕਾਰਨ ਸਾਡੀ ਅਗਿਆਨਤਾ ਹੈ। ਔਰ ਸਤਿਗੁਰੂ ਜੀ ਨੇ ਬੜਾ ਸੋਹਣਾ ਅਲੰਕਾਰ ਬਣਿਆ ਆਸਾ ਦੀ ਵਾਰ ਅੰਦਰ, ਜਿੱਥੇ ਸਤਿਗੁਰੂ ਸਾਹਿਬ ਜੀ ਨੇ ਇੱਕ ਅਲੰਕਾਰ ਬਣਿਆ ਕਿ ਜਿਵੇਂ ਰਾਸ ਪੈਂਦੀ ਹੈ, ਰਾਸ ਦੇ ਵਿੱਚ ਰਾਸਧਾਰੀ ਆਉਂਦੇ ਨੇ, ਕੋਈ ਕ੍ਰਿਸ਼ਨ ਦਾ, ਕੋਈ ਗੋਪੀਆਂ ਦਾ, ਕੋਈ ਰਾਜੇ ਦਾ, ਕੋਈ ਪ੍ਰਜਾ ਦਾ ਵੇਸ਼ ਬਣਾ ਲੈਂਦਾ ਹੈ। ਇਸ ਧਰਤੀ ਨੂੰ ਵੀ ਇੱਕ ਰਾਸ ਮੰਡਲੀ ਕਿਹਾ। ਇੱਥੇ ਵੀ ਕਈ ਤਰ੍ਹਾਂ ਦੇ ਰੰਗ ਤਮਾਸ਼ੇ ਹੋ ਰਹੇ। ਤੇ ਉੱਥੇ ਸਤਿਗੁਰੂ ਜੀ ਨੇ ਗੱਲ ਕਿ ਨਾਨਕ ਮੂਸੇ ਗਿਆਨ ਵਿਹੂਣੀ ਖਾਏ ਗਿਆ ਜਮਕਾਲ। ਇਹ ਗਿਆਨ ਤੋਂ ਵਿਹੂਣੀ ਲੁਕਾਈ ਜਿਹੜੀ ਇਹਨਾਂ ਤਮਾਸ਼ਿਆਂ 'ਚ ਪੈ ਕੇ ਲੁੱਟੀ ਜਾ ਰਹੀ ਹੈ, ਠੱਗੀ ਜਾ ਰਹੀ ਹੈ। ਆਪਾਂ ਦੇਖਦੇ ਠੱਗੇ ਜਾਂਦੇ, ਆਪਾਂ 5 ਸਾਲ ਲਈ ਠੱਗੇ ਜਾਂਦੇ, ਫਿਰ ਰੋਂਦੇ ਰਹਿੰਦੇ, ਹੜਤਾਲਾਂ ਕਰਦੇ ਰਹਿੰਦੇ, ਡਾਂਗਾ ਖਾਂਦੇ ਰਹਿੰਦੇ, ਕਹਿੰਦੇ ਜੀ ਇਸ ਵਾਰੀ ਆਪਾਂ ਬਦਲ ਕੇ ਰੱਖ ਦੇਵਾਂਗੇ, ਉਸ ਤੋਂ ਬਾਅਦ ਫਿਰ ਠੱਗੇ ਜਾਂਦੇ ਆ, ਕਿਉਂਕਿ ਸਾਨੂੰ ਗਿਆਨ ਹੀ ਨਹੀਂ ਹੈ ਆਪਾਂ ਜ਼ਿੰਦਗੀ 'ਚ ਰਹਿਣਾ ਕੀ, ਸਾਡੀ ਜ਼ਿੰਮੇਵਾਰੀ ਕੀ। ਮਨੁੱਖ ਦਾ ਅਰਥ ਕੇਵਲ ਖਾਣਾ ਪੀਣਾ ਨਹੀਂ ਹੈ। ਖਾਂਦੇ ਤੇ ਪਸ਼ੂ ਵੀ ਨੇ, ਖਾਂਦੇ ਤੇ ਪੰਛੀ ਵੀ ਖਾਂਦੇ ਨੇ। ਜਿੰਨਾ ਵਧੀਆ ਉਹ ਖਾਂਦੇ ਮਨੁੱਖ ਨਹੀਂ ਖਾ ਸਕਦਾ। ਜਿੰਨਾ ਤਾਜ਼ਾ ਦੁੱਧ ਗਊ ਦਾ ਵੱਛਾ ਪੀਂਦਾ ਅਸੀਂ ਥੋੜ੍ਹਾ ਪੀ ਸਕਦੇ, ਸਾਨੂੰ ਤੇ ਪਤਾ ਨਹੀਂ ਕੀ ਕੁਝ ਮਿਲਾ ਕੇ ਮਿਲਦਾ। ਜਿੰਨੇ ਤਾਜ਼ੇ ਮੇਵੇ ਪੰਛੀ ਖਾ ਜਾਂਦੇ ਅਸੀਂ ਤਾਂ ਨਹੀਂ ਖਾ ਸਕਦੇ। ਅਸੀਂ ਜੋ ਫਰੂਟ ਖਾਂਦੇ ਬਾਜ਼ਾਰੋਂ ਲੈ ਕੇ ਉਹ ਤੇ ਜ਼ਹਿਰ ਰਲਾਈ ਹੁੰਦੀ ਉਹਦੇ ਵਿੱਚ। ਸਾਡੀ ਤੇ ਹਰ ਚੀਜ਼ ਦੇ ਅੰਦਰ ਮਿਲਾਵਟ ਮਿਲ ਰਹੀ ਹੈ, ਲੇਕਿਨ ਪੰਛੀ ਇਹ ਕੁਝ ਨਹੀਂ ਖਾਂਦੇ। ਖਾਣ ਪੀਣ ਪਹਿਨਣ ਕਰਕੇ ਅਸੀਂ ਦੂਸਰੀਆਂ ਜੂਨਾਂ ਤੋਂ ਕੋ ਅੱਗੇ ਨਹੀਂ ਹਾਂ। ਅਸੀਂ ਅੱਗੇ ਸਾਂ ਇਸ ਕਰਕੇ ਕਿ ਸਾਨੂੰ ਵਾਹਿਗੁਰੂ ਜੀ ਨੇ ਸਿਮਰਤੇ ਦਿੱਤੀ, ਸਿਮਰਨ ਜਿਹਨੂੰ ਆਪਾਂ ਯਾਦਾਸ਼ਤ ਕਹਿੰਦੇ ਹਾਂ, ਮੈਮੋਰੀ ਦਿੱਤੀ ਹੈ ਕਿ ਆਪਾਂ ਬੀਤ ਚੁੱਕੇ ਪਿਛਲੇ ਸਮੇਂ ਤੋਂ ਕੁਝ ਸਿੱਖ ਕੇ ਅੱਗੇ ਵਧੀਆ ਕਰ ਸਕੀਏ। ਅੱਜ ਤੱਕ ਜੇ ਸਾਡਾ ਸਮਾਜ ਇੱਥੇ ਪਹੁੰਚਿਆ ਤੇ ਇਸ ਸਿਮਰਨ ਸ਼ਕਤੀ ਸਦਕਾ ਜੰਗਲਾਂ ਤੋਂ ਉੱਠ ਕੇ ਸਾਡਾ ਇਹ ਕਬੀਲਿਆਂ ਤੋਂ ਸਮਾਜ ਏਡਾ ਵਧੀਆ ਬਣਿਆ। ਹੁਣ ਜੇ ਅਸੀਂ ਦੁੱਖਾਂ ਵੱਲ ਚੱਲ ਰਹੇ ਤਾਂ ਉਹਦਾ ਕਾਰਨ ਹੈ ਕਿ ਅਸੀਂ ਬੀਤ ਚੁੱਕੇ ਸਮੇਂ 'ਚ ਕੁਝ ਸਿੱਖਦੇ ਨੇ ਕਿ ਪਿਛਲੇ ਸਲਾਹ ਗਲਤੀਆਂ ਕੀਤੀਆਂ ਹੁਣ ਨਹੀਂ ਕਰਨੀਆਂ, ਅਸੀਂ ਫਿਰ ਭੁੱਲ ਜਾਂਦੇ ਹਾਂ। ਔਰ ਪਾਲੀਟੀਸ਼ੀਅਨਾਂ ਨੂੰ ਪਤਾ ਹੈ ਕਿ ਅਸੀਂ ਝੱਟ ਭੁੱਲ ਜਾਂਦੇ ਹਾਂ। ਇਸ ਕਰਕੇ ਉਹ ਨਵੇਂ ਸਬਜ਼ ਬਾਗ ਸਾਨੂੰ ਵਿਖਾ ਕੇ ਫਿਰ ਆ ਕੇ ਕਾਬਜ਼ ਹੋ ਜਾਂਦੇ ਨੇ, ਫਿਰ ਅਸੀਂ ਜੁੱਤੀਆਂ ਖਾਂਦੇ ਰਹਿੰਦੇ ਹਾਂ। ਇਹਦਾ ਕਾਰਨ ਕੀ? ਗਿਆਨ ਤੋਂ ਵੀ ਹੋਣੇ ਅਸੀਂ, ਸਾਨੂੰ ਪਤਾ ਨਹੀਂ ਸਾਡੀ ਜ਼ਿੰਮੇਵਾਰੀ ਕੀ ਹੈ। ਮਨੁੱਖ ਦਾ ਅਰਥ ਹੈ ਰਿਸਪੌਂਸਿਬਿਲਟੀ। ਇਸ ਧਰਤੀ ਦੀ ਜ਼ਿੰਮੇਵਾਰੀ ਮਨੁੱਖ ਦੀ ਹੈ। ਪ੍ਰਮਾਤਮਾ ਨੇ ਕਿਤੇ ਆ ਕੇ ਇਹਨੂੰ ਨਹੀਂ ਬਣਾਉਣਾ। ਦੇਖੋ ਪ੍ਰਮਾਤਮਾ ਨੇ ਮਨੁੱਖ ਬਣਾਇਆ ਹੈ ਤੇ ਮਨੁੱਖ ਨੇ ਧਰਤੀ ਤੇ ਸਿਰਜਣਾ ਕਰਨੀ ਹੈ, ਧਰਤੀ ਤੇ ਵਿਕਾਸ ਕਰਨਾ ਹੈ। ਸਮਾਜ ਦੀ ਸਿਰਜਣਾ ਮਨੁੱਖ ਨੇ ਕਰਨੀ ਹੈ, ਇਹਨੂੰ ਤਬਾਹ ਵੀ ਮਨੁੱਖ ਨੇ ਕਰਨਾ ਹੈ। ਇਹ ਗੱਲ ਚੇਤੇ ਰੱਖਿਓ, ਜਦੋਂ ਵੀ ਮਨੁੱਖ ਜਾਤੀ ਖਤਮ ਹੋਏਗੀ ਉਹਨੂੰ ਕੇਵਲ ਮਨੁੱਖ ਹੀ ਕਰੇਗਾ, ਕੋਈ ਹੋਰ ਨਹੀਂ ਕਰੇਗਾ। ਕੋਈ ਪਸ਼ੂ, ਕੋਈ ਪੰਛੀ, ਕੋਈ ਦੈਵੀ ਸ਼ਕਤੀ ਇਹਨੂੰ ਖਤਮ ਨਹੀਂ ਕਰ ਸਕਦੀ, ਕੇਵਲ ਮਨੁੱਖ ਕਰੇਗਾ। ਤੁਸੀਂ ਦੇਖਦੇ ਆ ਮਨੁੱਖ ਨੇ ਇਹੋ ਜਿਹੇ ਹਥਿਆਰ ਬਣਾ ਲਏ ਜਿਹੜੇ ਇੱਕ ਛਿੰਨ ਦੇ ਵਿੱਚ ਧਰਤੀ ਤੇ ਤਬਾਹੀ ਕਰ ਸਕਦੇ ਨੇ, ਮਨੁੱਖ ਨੇ ਬਣਾਏ ਨੇ। ਮਨੁੱਖ ਨੇ ਇਹੋ ਜਿਹੇ ਵਾਇਰਸ ਬਣਾ ਲਏ। ਹੁਣ ਲੜਾਈ ਜਿਹੜੀ ਹਥਿਆਰਾਂ ਦੀ ਨਹੀਂ ਹੈ, ਹੁਣ ਲੜਾਈ ਤਾਂ ਵਾਇਰਸ ਦੀ ਆ ਗਈ। ਇੱਕ ਵਾਇਰਸ ਛੱਡ ਦਿਓ ਤੇ ਜਿੰਨੀ ਮਰਜ਼ੀ ਲੁਕਾਈ ਨੂੰ ਤੁਸੀਂ ਮਾਰ ਦਿਓ। ਇਸ ਕਰਕੇ ਜਦੋਂ ਵੀ ਮਨੁੱਖ ਨੇ ਇਹ ਮਾਨਵਤਾ ਨੂੰ ਖਤਮ ਕਰਨਾ ਹੈ, ਨਸ਼ਿਆਂ ਦਾ ਪ੍ਰਚਾਰ ਕੌਣ ਕਰਦਾ ਹੈ? ਨਸ਼ੇ ਕੌਣ ਵੇਚਦਾ ਹੈ? ਨਸ਼ੇ ਬਣਾਉਂਦਾ ਕੌਣ ਹੈ? ਮਨੁੱਖ ਹੀ ਬਣਾਉਂਦਾ ਹੈ ਨਾ।
ਇਹਦਾ ਮਤਲਬ ਕਿ ਮਨੁੱਖ ਨੂੰ ਗਿਆਨ ਨਾ ਹੋਣ ਕਰਕੇ ਕੇਵਲ ਇੱਕ ਮਨੁੱਖ ਹੈ, ਮਨੁੱਖ ਤੋਂ ਬਿਨਾਂ ਹੋਰ ਜੂਨਾਂ ਜਿਹੜੀਆਂ ਨੇ ਉਹ ਆਪਣੀ ਸ਼੍ਰੇਣੀ ਨੂੰ ਖਤਮ ਨਹੀਂ ਕਰਦੀਆਂ। ਪਸ਼ੂ ਪੰਛੀ ਪੰਛੀਆਂ ਨੂੰ ਨਹੀਂ ਮਾਰਦੇ, ਆਪਣੀ ਜਾਤ ਨੂੰ ਨਹੀਂ ਮਾਰਦੇ। ਕੇਵਲ ਇੱਕ ਮਨੁੱਖ ਇੰਨਾ ਅਗਿਆਨੀ ਹੋ ਗਿਆ ਕਿ ਇਹਨੇ ਆਪਣੀ ਜਾਤ ਨੂੰ ਹੀ ਮਾਰਨਾ ਸ਼ੁਰੂ ਕਰਦਾ, ਆਪਣੀ ਜਾਤ ਨੂੰ ਲੁੱਟਣਾ, ਠੱਗਣਾ, ਧੋਖਾ ਦੇਣਾ ਸ਼ੁਰੂ ਕਰਤਾ। ਜਾਤ ਦੀ ਗੱਲ ਛੱਡੋ, ਆਪਣੇ ਰਿਸ਼ਤੇਦਾਰਾਂ ਨੂੰ ਧੋਖਾ ਦੇਣਾ ਸ਼ੁਰੂ ਕਰਤਾ। ਅੱਜ ਦਾ ਸਮਾਜ ਸਾਡਾ ਕਿੱਥੇ ਪਹੁੰਚਿਆ ਪਿਆ? ਪੁੱਤ ਪਿਓ ਦਾ ਕਤਲ ਕਰੀ ਜਾਂਦੇ, ਪਿਓ ਪੁੱਤਰ ਦਾ ਕਤਲ ਕਰੀ ਚਲਿਆ ਜਾਂਦਾ। ਸਤਿਗੁਰੂ ਜੀ ਨੇ ਬਹੁਤ ਚਿਰ ਪਹਿਲਾਂ ਕਿਹਾ ਸੀ, ਨਾਨਕ ਦੁਨੀਆ ਕੈਸੀ ਹੋਈ, ਸਾਲਕ ਮਿਤ ਨਾ ਰਹਿਓ ਕੋਈ, ਭਾਈ ਬੰਦੀ ਹੇਤ ਚੁਕਾਇਆ, ਦੁਨੀਆ ਕਾਰਨ ਦੀਨ ਗਵਾਇਆ। ਕਿਹੋ ਜਿਹਾ ਸਮਾਜ ਬਣ ਗਿਆ ਸਾਡਾ? ਉਹਦਾ ਕਾਰਨ ਹੈ ਕਿ ਸਾਨੂੰ ਗਿਆਨ ਨਹੀਂ ਹੈ, ਸਾਨੂੰ ਪਤਾ ਹੀ ਨਹੀਂ ਸਾਡੀ ਜ਼ਿੰਮੇਵਾਰੀ ਕੀ ਹੈ। ਸਾਡੀ ਜ਼ਿੰਮੇਵਾਰੀ ਹੈ ਕਿ ਆਪਾਂ ਧਰਤੀ ਤੇ ਸਿਰਜਣਾ ਕਰਨੀ ਹੈ, ਵਧੀਆ ਸਮਾਜ ਬਣਾਉਣਾ ਹੈ, ਧਰਤੀ ਤੇ ਹਰਿਆਵਲ ਲਿਆਉਣੀ ਹੈ, ਆਪਣੇ ਸਮਾਜ ਦੇ ਵਿੱਚ ਇੱਕ ਬੇਗਮਪੁਰੇ ਦੀ ਸਿਰਜਣਾ ਕਰਨੀ, ਇਹ ਮਨੁੱਖ ਦੀ ਜ਼ਿੰਮੇਵਾਰੀ ਹੈ। ਤੇ ਸਤਿਗੁਰੂ ਜੀ ਨੇ ਬਚਨ ਕਿਹਾ ਕਿ ਗਿਆਨ ਵਿਹੂਣੀ ਜਿਹੜੀ ਹੈ, ਇਹ ਲੁਕਾਈ ਜਿਹੜੀ ਠੱਗੀ ਜਾ ਰਹੀ ਹੈ, ਮੁੱਠੀ ਜਾ ਰਹੀ ਹੈ। ਸਾਚਾ ਰੱਬ ਰਹਿਆ ਲਿਵ ਲਾਈ, ਉਹ ਪ੍ਰਮਾਤਮਾ ਤੇ ਕਿਤੇ ਦੂਰ ਨਹੀਂ ਹੈ। ਕਹਿੰਦੇ ਨਾ ਕਿ ਪ੍ਰਮਾਤਮਾ ਨੂੰ ਮਿਲਣਾ ਹੈ। ਦੇਖੋ ਮਨੁੱਖ ਨੇ ਕੀ ਮਿਥਾਂ ਬਣਾ ਲੀਆਂ, ਕੋਈ ਕਹਿੰਦਾ ਜੀ ਪੂਰਬ 'ਚ ਪ੍ਰਮਾਤਮਾ ਹੈ, ਕੋਈ ਕਹਿੰਦਾ ਪੱਛਮ 'ਚ ਪ੍ਰਮਾਤਮਾ ਹੈ, ਕਿਸੇ ਨੇ ਕਿਹਾ ਜੀ ਉਹ ਦੱਖਣ ਵੱਲ ਹੈ, ਕਿਸੇ ਨੇ ਕਿਹਾ ਉਹ ਧਰਤੀ ਦੇ ਹੇਠਾਂ ਹੈ, ਤੇ ਕਈ ਕਹਿੰਦੇ ਉਹ ਉੱਪਰ ਬੈਠਾ ਪ੍ਰਮਾਤਮਾ ਦੇਖਦਾ। ਅਸੀਂ ਵੀ ਕਹਿੰਦੇ ਜੀ ਰੱਬ ਉੱਪਰ ਬੈਠਾ ਹੈ, ਸੱਚਖੰਡ ਕਿਤੇ ਉੱਪਰ ਹੈ। ਕਮਾਲ ਦੀ ਗੱਲ, ਗੁਰਬਾਣੀ ਪੜ੍ਹਨ ਵਾਲਾ ਜੇ ਇਹ ਗੱਲ ਕਹੇ ਕਿ ਰੱਬ ਸਾਡੇ ਤੋਂ ਵੱਖਰਾ ਹੈ, ਮਤਲਬ ਕੋਈ ਗੁਰਬਾਣੀ ਨੂੰ ਪੜ੍ਹਿਆ ਹੀ ਨਹੀਂ। ਰੋਜ਼ ਗੁਰੂ ਕੇ ਬਚਨ ਸੁਣਦੇ, ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਪਰਮਾਤਮਾ ਦਾ ਇਹ ਘਰ ਹੈ ਜਗਤ। ਕਹਿੰਦੇ ਜਦੋਂ ਪਰਮਾਤਮਾ ਨੇ ਇਸ ਬ੍ਰਹਿਮੰਡ ਨੂੰ, ਜਗਤ ਨੂੰ ਬਣਾਇਆ ਨਾ, ਤੇ ਉਹ ਫਿਰ ਸੋਚਦਾ ਕਿ ਮੈਂ ਕਿੱਥੇ ਰਹਿਣਾ, ਵਧੀਆ ਥਾਂ ਹੋਣੀ ਚਾਹੀਦੀ। ਹੁਣ ਪਰਮਾਤਮਾ ਲਈ ਤੇ ਥਾਂ ਵਧੀਆ ਹੋਣੀ ਚਾਹੀਦੀ ਹੈ ਨਾ। ਤੇ ਪਰਮਾਤਮਾ ਨੇ ਸਾਰੇ ਬ੍ਰਹਿਮੰਡ ਨੂੰ ਦੇਖਣ ਤੋਂ ਬਾਅਦ ਇਹ ਗੱਲ ਦੇਖੀ ਕਿ ਇਹ ਸੰਸਾਰ ਹੀ ਵਧੀਆ ਸਭ ਤੋਂ। ਤੇ ਪਰਮਾਤਮਾ ਜਿਹੜਾ ਆਪੀ ਨੇ ਆਪ ਸਾਜੋ, ਆਪੀ ਨੇ ਰਚਿਓ ਨਾਉ, ਦੋਈ ਕੁਦਰ ਸਾਜੀਏ ਕਰ ਆਸਨ ਡਿਠੋ ਚਾਓ। ਇਸ ਕੁਦਰਤ ਦੇ ਅੰਦਰ, ਇਸ ਸੰਸਾਰ ਦੇ ਅੰਦਰ ਆਸਣ ਜਮਾ ਕੇ ਪਰਮਾਤਮਾ ਬੈਠ ਗਿਆ। ਪਰ ਮਨੁੱਖ ਤੇ ਕਹਿੰਦਾ ਰੱਬ ਕਿਤੇ ਉੱਪਰ ਬੈਠਾ ਹੋਇਆ। ਇਹਦਾ ਕਾਰਨ ਕੀ ਹੈ? ਪਰਮਾਤਮਾ ਸਰਵ ਵਿਆਪਕ ਹੈ। ਮਨੁੱਖ ਜਦੋਂ ਗੱਲ ਕਰਦਾ ਜੇ ਪਰਮਾਤਮਾ ਨੂੰ ਮਿਲਣਾ ਕਿਵੇਂ ਮਿਲਿਆ ਜਾਏ, ਕਿੱਥੇ ਹੈ ਪਰਮਾਤਮਾ? ਕੋਈ ਘਰ ਛੱਡ ਕੇ ਜੰਗਲਾਂ ਨੂੰ ਤੁਰ ਪੈਂਦਾ, ਕੋਈ ਘਰ ਛੱਡ ਕੇ ਤੀਰਥਾਂ ਨੂੰ ਤੁਰ ਪੈਂਦਾ, ਕੋਈ ਘਰ ਛੱਡ ਕੇ ਟੋਆ ਪੁੱਟ ਕੇ ਬੈਠ ਜਾਂਦਾ, ਕੋਈ ਘਰ ਛੱਡ ਕੇ ਪਹਾੜਾਂ ਤੇ ਜਾ ਬੈਠਦਾ। ਪਰਮਾਤਮਾ ਸਰਵ ਵਿਆਪਕ ਹੈ। ਮਨੁੱਖ ਕਹਿੰਦਾ ਕਿ ਮੈਨੂੰ ਨਜ਼ਰ ਕਿਉਂ ਨਹੀਂ ਆਉਂਦਾ? ਸਤਿਗੁਰੂ ਜੀ ਕਹਿੰਦਾ ਕਾਰਨ ਪਤਾ ਕੀ ਹੈ? ਸਾਜਣੜਾ ਮੇਰਾ ਸਾਜਣੜਾ, ਨਿਕਟ ਖਲੋਏੜਾ ਸਾਜਣੜਾ। ਉਹ ਪਰਮ ਪਿਤਾ ਪਰਮਾਤਮਾ ਜਿਹੜਾ ਬੜਾ ਹੀ ਪਿਆਰਾ ਸੱਜਣਾ, ਉਹ ਤਾਂ ਸਾਡੇ ਨੇੜੇ ਹੀ ਹੈ। ਪਰ ਮਨੁੱਖ ਕਹਿੰਦਾ ਉਹ ਸਾਨੂੰ ਕਿਉਂ ਨਹੀਂ ਨਜ਼ਰ ਆਉਂਦਾ? ਸਤਿਗੁਰੂ ਜੀ ਕਹਿੰਦਾ ਇਹ ਕਾਰਨ ਹੈ ਕਿ ਮਾਇਆ ਮਦ ਮਾਤਾ ਹੋਛੀ ਬਾਤਾ, ਮਿਲਨ ਨਾ ਜਾਈ ਧਰਮ ਤੜਾ। ਉਹ ਤੇ ਮਾਇਆ ਦੀ ਮਸਤੀ, ਤੂੰ ਮਸਤਿਆ ਬੈਠਾ, ਤੂੰ ਮਾਇਆ ਦੇ ਹੰਕਾਰ 'ਚ, ਤੈਨੂੰ ਰੱਬ ਕਿੱਥੋਂ ਮਿਲੇਗਾ? ਉਹ ਪਰਮਾਤਮਾ ਧਰਮ ਧੜੇ 'ਚ ਵੀ ਨਹੀਂ ਮਿਲਦਾ ਕਿ ਮੈਂ ਇਹ ਧਰਮ ਦਾ ਹਾਂ, ਮੈਂ ਇਹ ਮਜ਼ਹਬ ਦਾ ਹਾਂ। ਪਰਮਾਤਮਾ ਐਵੇਂ ਨਹੀਂ ਮਿਲਦਾ। ਪਰਮਾਤਮਾ ਨੂੰ ਮਿਲਣ ਦੇ ਲਈ ਤੇ ਕੇਵਲ ਧੜਿਆਂ ਤੋਂ ਉੱਚੇ ਉੱਠਣਾ ਪੈਂਦਾ ਹੈ। ਪਰਮਾਤਮਾ ਸਰਵ ਵਿਆਪਕ ਹੈ, ਹਰ ਹਿਰਦੇ 'ਚ ਬੈਠਾ ਹੋਇਆ ਹੈ। ਸਤਿਗੁਰੂ ਜੀ ਕਹਿੰਦੇ ਨਿਰੰਤਰ ਵਾਹਿਗੁਰੂ ਜੀ ਰਮਿਆ ਹੋਇਆ ਹੈ ਸਾਰੇ ਥਾਵਾਂ ਤੇ। ਨਿਰਭਉ ਸ਼ਬਦ ਗੁਰੂ ਸੱਚ ਜਾਤਾ, ਜੋਤੀ ਜੋਤ ਮਿਲਾਏਂਦਾ। ਉਹ ਪਰਮਾਤਮਾ ਦੇ ਨਾਲ ਸਾਡਾ ਮਿਲਣ ਹੋਵੇ ਕਿਵੇਂ? ਸਤਿਗੁਰੂ ਸਾਹਿਬ ਜੀ ਕਹਿੰਦੇ ਉਹ ਜਿਹੜਾ ਪਰਮਾਤਮਾ ਨਿਰਭਉ ਹੈ, ਉਹਨੂੰ ਕਿਸੇ ਦਾ ਕੋਈ ਡਰ ਨਹੀਂ ਹੈ। ਉਹ ਪਰਮਾਤਮਾ ਨੂੰ ਸ਼ਬਦ ਗੁਰੂ ਸੱਚ ਜਾਤਾ, ਗੁਰੂ ਕੇ ਸ਼ਬਦ ਨਾਲ ਜੁੜ ਕੇ, ਗੁਰੂ ਕੇ ਸ਼ਬਦ ਅਰਥ, ਗੁਰੂ ਕੇ ਗਿਆਨ ਨੂੰ ਪ੍ਰਾਪਤ ਕਰਕੇ। ਦੇਖੋ ਦੁਨੀਆ ਦਾ ਕੋਈ ਗਿਆਨ ਅਸੀਂ ਲੈਣਾ ਹੋਏ, ਜੇ ਕਿਸੇ ਨੇ ਡਾਕਟਰ ਬਣਨਾ, ਆਪਾਂ ਕਹਿੰਦੇ ਮੈਡੀਕਲ ਕਾਲਜ ਜਾਓ, ਡਾਕਟਰਾਂ ਦੇ ਨਾਲ ਸਾਂਝ ਪਾਓ, ਤੁਹਾਨੂੰ ਗਿਆਨ ਹੋਏਗਾ। ਇੰਜੀਨੀਅਰ ਬਣਨ ਵਾਲਾ ਇੰਜੀਨੀਅਰਿੰਗ ਕਾਲਜ ਵਿੱਚ ਜਾਂਦਾ ਹੈ। ਜਿਸ ਵੀ ਪਾਸੇ ਦਾ, ਜਿਸ ਵੀ ਲਾਈਨ ਦਾ ਤੁਸੀਂ ਗਿਆਨ ਲੈਣਾ ਚਾਹੁੰਦੇ ਹੋ, ਉਸ ਲਾਈਨ ਦੇ ਨਾਲ ਸੰਬੰਧਿਤ ਜਿਹੜੇ ਅਦਾਰੇ ਨੇ, ਇੰਸਟੀਚਿਊਟ ਨੇ, ਉਹਨਾਂ ਨਾਲ ਸਾਂਝ ਪਾਉਣੀ ਪੈਂਦੀ ਹੈ ਔਰ ਲਗਾਤਾਰ ਪਾਉਣੀ ਪੈਂਦੀ ਹੈ। ਜੇ ਤੁਸੀਂ ਪਰਮਾਤਮਾ ਨੂੰ ਜਾਣਨਾ ਚਾਹੁੰਦੇ ਤੇ ਉਹਨਾਂ ਨਾਲ ਸਾਂਝ ਪਾਉਣੀ ਪਏਗੀ ਜਿਨ੍ਹਾਂ ਨੂੰ ਪਰਮਾਤਮਾ ਦਾ ਗਿਆਨ ਹੈ। ਕਿਉਂਕਿ ਧਰਮ ਦੀ ਦੁਨੀਆ ਅੰਦਰ ਸਭ ਤੋਂ ਜ਼ਿਆਦਾ ਠੱਗੀ ਚੱਲਦੀ। ਜਿੰਨਾ ਜਲਦੀ ਮਨੁੱਖ ਨੂੰ ਧਰਮ ਦੇ ਨਾਂ ਤੇ ਗੁੰਮਰਾਹ ਕੀਤਾ ਜਾ ਸਕਦਾ ਹੈ, ਉਹਨਾਂ ਹੋਰ ਕਿਸੇ ਥਾਂ ਤੇ ਨਹੀਂ। ਤੁਸੀਂ ਬਾਜ਼ਾਰ 'ਚ ਕੋਈ ਚੀਜ਼ ਲੈਣ ਲਈ ਜਾਣਾ ਨਾ, ਤੁਸੀਂ ਪੁੱਛਦੇ ਕਈਆਂ ਕੋ ਆਹ ਚੀਜ਼ ਲੈਣੀ ਹੈ, ਕਿੱਥੋਂ ਮਿਲੇਗੀ, ਕਿਹੋ ਜਿਹੀ ਲੈਣੀ ਚਾਹੀਦੀ, ਉਹਦੀ ਕੁਆਲਿਟੀ ਕੀ ਹੋਣੀ ਚਾਹੀਦੀ, ਕਿਹੜੀ ਚੀਜ਼ ਵਧੀਆ ਹੈ, ਕਿਹੜੀ ਕੰਪਨੀ ਦੀ ਵਧੀਆ ਹੈ, ਤੁਸੀਂ ਕਈਆਂ ਕੋ ਪੁੱਛੋਗੇ। ਪਰ ਰੱਬ ਦੇ ਨਾਂ ਤੇ ਨਹੀਂ ਬੰਦਾ ਪੁੱਛਦਾ। ਰੱਬ ਦੇ ਨਾਂ ਤੇ ਤੁਰੇ ਜਾਂਦੇ, ਮਿੱਟੀ ਦੀ ਢੇਰੀ ਨੂੰ ਮੱਥਾ ਟੇਕੀ ਜਾਂਦਾ, ਕਹਿੰਦੇ ਚਲੋ ਜੀ ਰੱਬ ਦੇ ਨਾਂ ਤੇ ਹੀ ਹੈ। ਪਸ਼ੂਆਂ ਨੂੰ ਮੱਥੇ ਟੇਕਦਾ ਬੰਦਾ, ਪੰਛੀਆਂ ਨੂੰ ਮੱਥੇ ਟੇਕੀ ਜਾਂਦੇ, ਅੱਗ ਦੀ ਪੂਜਾ ਕਰੀ ਜਾਂਦੇ, ਪਤਾ ਨਹੀਂ ਰੱਬ ਦੇ ਨਾਂ ਤੇ ਕੀ ਕੁਝ ਬੰਦਾ ਕਰੀ ਜਾਂਦਾ।
ਮਨੁੱਖ ਗਿਆਨ ਨਹੀਂ ਲੈਣਾ ਚਾਹੁੰਦਾ, ਕਿਉਂਕਿ ਜਦੋਂ ਗਿਆਨ ਆਏਗਾ ਮਨੁੱਖ ਦਾ ਹੰਕਾਰ ਮਿਟੇਗਾ। ਮਨੁੱਖ ਹੰਕਾਰ ਤੋਂ ਮੁਕਤ ਨਹੀਂ ਹੋਣਾ ਚਾਹੁੰਦਾ। ਮਨੁੱਖ ਦੇ ਅੰਦਰ ਜਿਹੜਾ ਇੱਕ ਮੈਂ ਹੈ ਨਾ, ਮਨੁੱਖ ਨੂੰ ਨਹੀਂ ਛੱਡਣਾ ਚਾਹੁੰਦਾ। ਮੈਂ ਬੜਾ ਸਿਆਣਾ, ਮੇਰੇ ਮਨ 'ਚ ਬੜੀ ਸ਼ਰਧਾ ਹੈ, ਇਸ ਮੈਂ ਨੂੰ ਨਹੀਂ ਛੱਡਣਾ ਚਾਹੁੰਦਾ। ਗੁਰੂ ਕੋਲ ਆ ਕੇ ਇਹ ਮੈਂ ਮਰਦੀ ਹੈ। ਜਦੋਂ ਗਿਆਨ ਹੋਏਗਾ ਉਦੋਂ ਅੰਦਰੋਂ ਅਹੰਕਾਰ ਮਿਟੇਗਾ। ਸਤਿਗੁਰੂ ਸਾਹਿਬ ਜੀ ਕਹਿੰਦੇ ਜਦੋਂ ਸ਼ਬਦ ਗੁਰੂ ਦੇ ਰਾਹੀਂ ਤੁਸੀਂ ਉਸ ਸੱਚ ਨਾਲ ਸਾਂਝ ਪਾ ਲਓਗੇ, ਤੁਸੀਂ ਵੀ ਨਿਰਭਉ ਹੋ ਜਾਓਗੇ। ਉਸ ਨਿਰਭਉ ਨਾਲ ਜੁੜ ਕੇ ਜੋਤੀ ਜੋਤ ਮਿਲਾਏਗਾ। ਤੁਹਾਡੀ ਜੋਤ ਉਸ ਪਰਮ ਜੋਤ ਵਿੱਚ ਲਿਵਲੀਨ ਹੋ ਜਾਏਗੀ। ਪਰਮਾਤਮਾ ਦਾ ਮਿਲਨ ਕੀ ਹੈ? ਸਤਿਗੁਰੂ ਜੀ ਨੇ ਬੜੇ ਪਿਆਰੇ ਬਚਨ ਸੁਖਮਨੀ ਸਾਹਿਬ ਜੀ 'ਚ ਕਹੇ ਨੇ। ਹਰ ਬੰਦਾ ਯਤਨ ਕਰਦਾ ਹੈ ਕਿ ਪਰਮਾਤਮਾ ਨਾਲ ਸਾਂਝ ਬਣੇ। ਔਰ ਆਪਾਂ ਦੇਖਦੇ ਸਾਡੇ ਆਲੇ ਦੁਆਲੇ ਕੋਈ ਤੀਰਥਾਂ 'ਤੇ ਜਾ ਰਿਹਾ, ਕੋਈ ਸਰੀਰ ਨੂੰ ਕਸ਼ਟ ਦੇ ਰਿਹਾ, ਕੋਈ ਦਾਨ ਪੁੰਨ ਕਰ ਰਿਹਾ, ਧਰਮ ਕਰਮ ਕਰ ਰਿਹਾ, ਪਾਠ ਪੂਜਾ ਕਰ ਰਿਹਾ। ਜਿੰਨੀ ਐਨਰਜੀ ਮਨੁੱਖ ਦੀ ਰੱਬ ਦੇ ਨਾਂ 'ਤੇ ਲੱਗ ਰਹੀ ਹੈ, ਜਿੰਨੀ ਮੈਨ ਤੇ ਮਨੀ ਪਾਵਰ ਜਿਹੜੀ ਹੈ ਉਹ ਧਰਮ ਦੇ ਨਾਂ 'ਤੇ ਖਰਚੀ ਜਾ ਰਹੀ ਹੈ। ਜੇ ਕਿਤੇ ਮਨੁੱਖ ਨੂੰ ਸੋਝੀ ਹੋ ਜਾਏ ਨਾ, ਤੇ ਇਸੇ ਮਨੀ ਤੇ ਮੈਨ ਪਾਵਰ ਦੇ ਨਾਲ ਇਹ ਧਰਤੀ ਹੀ ਜਿਹੜੀ ਹੈ ਸੱਚਖੰਡ ਬਣ ਸਕਦੀ ਹੈ। ਇਹ ਧਰਤੀ ਜਿਹੜੀ ਹੈ ਇਵੇਂ ਕਹਿ ਲਓ ਸਵਰਗ ਬਣ ਸਕਦੀ ਹੈ। ਧਰਤੀ ਤੇ ਕੋਈ ਦੁਖੀ ਨਹੀਂ ਰਹਿ ਸਕਦਾ, ਸਿਰਫ ਗਿਆਨ ਹੋਏ ਮਨੁੱਖ ਨੂੰ। ਉਹ ਗਿਆਨ ਮਿਲਣਾ ਸੀ ਗੁਰੂ ਪਾਸੋਂ। ਗੁਰੂ ਪਾਸ ਮਨੁੱਖ ਆਉਣਾ ਨਹੀਂ ਚਾਹੁੰਦਾ, ਗੁਰੂ ਪਾਸੋਂ ਗਿਆਨ ਲੈਣਾ ਨਹੀਂ ਚਾਹੁੰਦਾ। ਜੋਤੀ ਜੋਤ ਮਿਲਾਉਣ ਦਾ ਅਰਥ ਕੀ? ਸਤਿਗੁਰੂ ਜੀ ਨੇ ਇੱਕ ਬਚਨ ਦਿੱਤਾ, ਕਬਹੂ ਸਾਧ ਸੰਗਤੇ ਪਾਵੈ, ਉਸ ਸਥਾਨ ਤੇ ਬਹੁਰ ਨਾ ਆਵੇ। ਜੇ ਕਿਤੇ ਮਨੁੱਖ ਸਤ ਸੰਗਤ ਵਿੱਚ ਆ ਜਾਏ, ਉਹਦਾ ਮਨ ਵੀ ਸਤ ਸੰਗਤ ਨਾਲ ਜੁੜ ਜਾਏ, ਫਿਰ ਬੰਦਾ ਸਤ ਸੰਗਤ ਵਾਲੇ ਇਸ ਮਾਹੌਲ ਨੂੰ ਛੱਡਣਾ ਨਹੀਂ ਚਾਹੁੰਦਾ। ਸਤ ਸੰਗਤ ਵਾਲੇ ਮਾਹੌਲ ਨੂੰ, ਕਿਉਂਕਿ ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਨਹੀਂ ਵਿਨਾਸ਼। ਸਤ ਸੰਗਤ ਵਿੱਚ ਗਿਆਨ ਮਿਲਦਾ। ਇੱਕ ਮੈਂ ਬੇਨਤੀ ਕਰਾਂ, ਜਿਹੜਾ ਗੁਰੂ ਦਾ ਦਰ ਹੈ, ਧਰਮਸਾਲ ਹੈ, ਗੁਰਦੁਆਰਾ ਹੈ, ਭਾਵੇਂ ਕੋਈ ਵੀ ਹੈ, ਇਹ ਗਿਆਨ ਦਾ ਕੇਂਦਰ ਹੈ। ਤੁਸੀਂ ਗੁਰੂ ਦੀ ਹਜ਼ੂਰੀ 'ਚ ਆਏ ਹੋ, ਵੱਡੇ ਭਾਗਾਂ ਵਾਲੇ ਹੋ। ਇਹ ਗੱਲ ਚੇਤੇ ਰੱਖਣਾ, ਇੱਥੇ ਸਭ ਤੋਂ ਵੱਡਾ ਲਾਹਾ ਗਿਆਨ ਪ੍ਰਾਪਤ ਕਰਨਾ ਹੈ। ਜਦੋਂ ਗੁਰੂ ਕੋਲ ਆਈਏ, ਇੱਕ ਖਿਆਲ ਰੱਖੀਏ ਕਿ ਅੱਜ ਕੁਝ ਸਿੱਖ ਕੇ ਆਉਣਾ ਹੈ, ਅੱਜ ਕੁਝ ਜਾਣ ਕੇ ਆਉਣਾ ਹੈ। ਇਹ ਸਾਡਾ ਸਕੂਲ ਹੈ, ਸਤ ਸੰਗਤ ਸਾਡਾ ਸਕੂਲ ਹੈ, ਚੜਸਾਲ ਹੈ, ਜਿੱਥੋਂ ਅਸੀਂ ਸੋਝੀ ਲੈਣੀ ਹੈ। ਜੇ ਤੁਸੀਂ ਗੁਰੂ ਦੇ ਦਰ 'ਤੇ ਆਏ, ਕੁਝ ਗਿਆਨ ਨਹੀਂ ਲਿਆ, ਮਾਫ ਕਰਨਾ, ਗੁੱਸਾ ਨਾ ਕਰਨਾ, ਅਸੀਂ ਤਾਂ ਫਿਰ ਖਾਲੀ ਚਲੇ ਗਏ। ਕੋਈ ਬੰਦਾ ਕਬਰ 'ਤੇ ਜਾਂਦਾ ਹੈ, ਮੱਥਾ ਟੇਕ ਕੇ ਆ ਗਿਆ, ਕੁਝ ਵੀ ਨਹੀਂ ਲੈ ਕੇ ਆਇਆ। ਕੋਈ ਮੰਦਰ ਜਾਂਦਾ ਹੈ, ਕੋਈ ਕਿਤੇ ਜਾਂਦਾ ਹੈ। ਅਸੀਂ ਗੁਰੂ ਦੇ ਕੋਲ, ਜਿਹੜਾ ਸਤਿਗੁਰੂ ਜੀ ਗਿਆਨ ਦੇ ਸੂਰਜ ਨੇ, ਕਰੋੜਾਂ ਸੂਰਜਾਂ ਨੂੰ ਚਾਨਣ ਦੇਣ ਵਾਲੇ ਨੇ, ਗਿਆਨ ਦਾ ਸਮੁੰਦਰ ਨੇ, ਗੁਰਬਾਣੀ ਇਸ ਜਗ ਮੈਂ ਚਾਨਣ, ਉਸ ਸਤਿਗੁਰੂ ਜੀ ਕੋਲੋਂ ਆ ਕੇ ਕੋਈ ਗਿਆਨ ਦੀ ਕਿਰਨ ਨਾ ਲੈ ਸਕੇ, ਅਸੀਂ ਵੀ ਇਦਾਂ ਚੱਲ ਗਏ, ਤੇ ਅਸੀਂ ਕਿੰਨਾ ਵਰਗੇ ਹੋਏ? ਉਹਨਾਂ ਵਰਗੇ ਹੋਏ ਨਾ। ਗਿਆਨ ਹੀ ਨਾ ਲਿਆ ਕੇ ਗੁਰਬਾਣੀ ਕਹਿੰਦੀ ਕੀ ਹੈ? ਜਦੋਂ ਆਈਏ ਇੱਕ ਪ੍ਰਣ ਕਰੀਏ ਕਿ ਅੱਜ ਕੁਝ ਇੱਕ ਗੱਲ ਸਿੱਖ ਕੇ ਆਉਣੀ। ਇੱਕ ਗੱਲ, ਇੱਕ ਤਾਂ ਬਹੁਤ ਜ਼ਿਆਦਾ ਨਹੀਂ ਨਾ। ਜੇ ਅਸੀਂ ਰੋਜ਼ ਦੀ ਇੱਕ ਸਿੱਖਾਂਗੇ, ਮਹੀਨੇ ਦੀਆਂ 30 ਗੱਲਾਂ, ਸਾਲ ਦੀਆਂ 365 ਗੱਲਾਂ, ਜਿਹਨੂੰ 365 ਗੱਲਾਂ ਗੁਰੂ ਦੀਆਂ ਚੇਤੇ ਹੋਣਗੀਆਂ, ਉਹ ਕਿੰਨਾ ਅਮੀਰ ਬਣ ਜਾਏਗਾ, ਕਿੰਨਾ ਮਹਾਨ ਬਣ ਜਾਏਗਾ। ਪਰ ਜੇ ਸਿੱਖਣ ਦੀ ਭਾਵਨਾ ਆਵੇਗਾ, ਜੇ ਸਿੱਖਣ ਦੀ ਭਾਵਨਾ ਨਹੀਂ ਹੈ, ਤੇ ਗੁਰੂ ਸਾਹਿਬ ਜੀ ਨੇ ਬੜੇ ਕਲੀਅਰ ਬਚਨ ਕਹੇ, ਗੁੱਸਾ ਨਾ ਕਰਨਾ। ਜਿਹੜਾ ਗੁਰੂ ਕੋਲ ਆਇਆ, ਜਿਹਨੇ ਗੁਰੂ ਦੇ ਸ਼ਬਦ ਨੂੰ ਸੁਣਿਆ ਨਹੀਂ, ਸਮਝਿਆ ਨਹੀਂ, ਉਸ ਨੂੰ ਸੁੱਖ ਨਾ ਉਪਜੇ, ਭਾਵੇਂ 100 ਗੇੜਾ ਆਵੋ ਜਾਓ, ਭਾਵੇਂ 100 ਗੇੜੇ ਦਿਨ 'ਚ ਮਾਰ ਲਏ, ਗੁਰੂ ਕੋਲ ਸੁੱਖ ਨਹੀਂ ਮਿਲੇਗਾ। ਸੁੱਖ ਤੇ ਗਿਆਨ ਨਾਲ ਮਿਲਣਾ। ਸੁੱਖ ਤੇ ਅੰਦਰ ਜਦੋਂ ਗੁਰੂ ਕਾ ਸ਼ਬਦ ਵਸੇਗਾ, ਉਦੋਂ ਮਿਲਣਾ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜਦੋਂ ਗੁਰੂ ਕੇ ਸ਼ਬਦ ਨਾਲ ਜੁੜ ਗਏ, ਨਿਰਭਉ ਪ੍ਰਮਾਤਮਾ ਦੇ ਨਾਮ ਜਾਣ ਲਿਆ ਸੀ, ਫਿਰ ਜੋਤੀ ਜੋਤ ਮਿਲਾਏਗਾ। ਜਿਉਂ ਜਲ ਮੈਂ ਜਲਾਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਪਰਮਾਤਮਾ ਦਾ ਮਿਲਣ ਇਹ ਨਹੀਂ ਹੈ ਕਿ ਪਰਮਾਤਮਾ ਕੋ ਆਕਾਰ ਹੈ ਮਨੁੱਖ ਵਰਗਾ, ਉਹਨੂੰ ਅਸੀਂ ਦੇਖ ਲਈਏ, ਜਾਂ ਪਰਮਾਤਮਾ ਕੋ ਵਸਤੂ ਹੈ, ਉਹਨੂੰ ਆਪਾਂ ਕਿਸੇ ਤਰੀਕੇ ਨਾਲ ਦੇਖ ਲਈਏ। ਉਹ ਨਿਰਾਕਾਰ ਹੈ। ਉਹ ਸਾਡਾ ਅੰਤਰਾਤਮਾ ਵੀ ਨਿਰਾਕਾਰ ਹੈ, ਪਰਮਾਤਮਾ ਵੀ ਨਿਰਾਕਾਰ ਹੈ। ਜਦੋਂ ਸਾਡੀ ਆਤਮਾ ਪਰਮਾਤਮਾ 'ਚ ਵਿਲੀਨ ਹੋ ਜਾਏਗੀ, ਇਸ ਜੋਤੀ ਜੋਤ ਸਮਾਉਣਾ। ਅਟਲ ਅਡੋਲ ਅਤੋਲ ਮੁਰਾਰੇ। ਉਹ ਪਰਮਾਤਮਾ ਅਟਲ ਹੈ, ਸਦਾ ਕਾਇਮ ਰਹਿਣ ਵਾਲਾ ਹੈ, ਅਡੋਲ ਹੈ। ਉਹ ਕਦੀ ਡੋਲਦਾ ਨਹੀਂ, ਡਾਵਾਂਡੋਲ ਨਹੀਂ ਹੁੰਦਾ। ਜਿਵੇਂ ਅਸੀਂ ਹੁਣ ਕੁਝ ਹਾਂ, ਘੜੀ ਕੁ ਨੂੰ ਸਾਡੀ ਅਵਸਥਾ ਕੁਝ ਹੋ ਜਾਣੀ ਹੈ, ਕੱਲ੍ਹ ਨੂੰ ਹੋਰ ਹੋ ਜਾਣੀ ਹੈ। ਹਰ ਛਿਨ ਅਸੀਂ ਬਦਲਦੇ ਰਹਿੰਦੇ, ਸਾਡੇ 'ਚ ਬਦਲਾਅ ਹੁੰਦਾ ਰਹਿੰਦਾ। ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ। ਪਰਮਾਤਮਾ ਨਿਸ਼ਚਲ ਹੈ, ਅਡੋਲ ਹੈ। ਅਤੋਲ ਦਾ ਅਰਥ ਹੈ ਕਿ ਪਰਮਾਤਮਾ ਨੂੰ ਆਪਾਂ ਕਿਸੇ ਚੀਜ਼ ਦੇ ਨਾਲ ਨਾਪ ਤੋਲ ਨਹੀਂ ਸਕਦੇ ਕਿ ਪਰਮਾਤਮਾ ਇੰਨੇ ਗੁਣਾਂ ਵਾਲਾ ਹੈ, ਪਰਮਾਤਮਾ ਐਡਾ ਵੱਡਾ ਹੈ, ਪਰਮਾਤਮਾ ਇੰਨੇ ਬਲ ਵਾਲਾ ਹੈ। ਅਸੀਂ ਰੋਜ਼ ਬਚਨ ਪੜ੍ਹਦੇ, ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ, ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੇਤਾ ਕੇਵੜ ਚੀਰਾ। ਤੁਹਾਡਾ ਹੱਦ ਬੰਨਾ ਕਿੰਨਾ ਕੁ ਵੱਡਾ ਕੋਈ ਨਹੀਂ ਜਾਣ ਸਕਦਾ। ਉਹ ਬੇਅੰਤ ਹੈ ਪਰਮਾਤਮਾ। ਮੁਰਾਰੇ,
ਮੁਰਾਰੇ ਲਫ਼ਜ਼, ਗੋਪਾਲ ਲਫ਼ਜ਼, ਦਮੋਦਰ ਲਫ਼ਜ਼ ਜਾਂ ਇਹੋ ਜਿਹੇ ਹੋਰ ਲਫ਼ਜ਼ ਗੁਰੂ ਗ੍ਰੰਥ ਸਾਹਿਬ 'ਚ ਬੇਅੰਤ ਕਰਮ ਨਾਮ ਪਰਮਾਤਮਾ ਦੇ ਆਏ ਨੇ। ਕਿਉਂਕਿ ਅਸੀਂ ਗੁਰਬਾਣੀ ਨੂੰ ਸਮਝਣ ਵਾਲੇ ਬੰਦੇ ਨਹੀਂ ਲੱਗਦੇ। ਤੇ ਫਿਰ ਪਤਾ ਕੀ ਹੁੰਦਾ, ਪਿੱਛੇ ਕਿ ਜੇ ਇੱਕ ਵੀਡੀਓ ਵਾਇਰਲ ਹੋਈ, ਪੂਨੇ ਦੇ ਇੱਕ ਵੀਰ ਜੀ ਨੇ ਗੁਰਸਿੱਖ ਕਹਿਣ ਲੱਗੇ, ਦੇਖੋ ਜੀ ਗੁਰੂ ਗ੍ਰੰਥ ਸਾਹਿਬ ਜੀ ਭਗਵਾਨ ਕ੍ਰਿਸ਼ਨ ਜੀ ਦੇ ਸਾਰੇ ਨਾਮ ਆਏ ਨੇ। ਕ੍ਰਿਸ਼ਨ ਜੀ ਦਾ ਨਾਮ ਜਿਹੜਾ ਸੀ ਕਾਹਨ ਸੀ ਦਰਅਸਲ ਰੱਖਿਆ ਹੋਇਆ ਬਚਪਨ ਤੋਂ, ਹੈ ਨਾ। ਲੇਕਿਨ ਕਿਉਂਕਿ ਉਸ ਵੇਲੇ ਦੇ ਅਵਤਾਰ ਸਨ, ਦੁਨੀਆ ਨੇ ਜਿਹੜੇ ਰੱਬ ਦੇ ਨਾਮ ਸਨ ਉਹਨਾਂ ਦੇ ਨਾਮ ਨਾਲ ਜੋੜਤੇ। ਇਹ ਰੱਬ ਦੇ ਨਾਮ ਨੇ। ਹੁਣ ਵੀ ਸਾਡੇ ਆਲੇ ਦੁਆਲੇ ਕਈ ਕ੍ਰਿਸ਼ਨ ਨੇ, ਉਹਨਾਂ ਨੂੰ ਆਪਾਂ ਕੋ ਭਗਵਾਨ ਕ੍ਰਿਸ਼ਨ ਥੋੜ੍ਹਾ ਕਵਾਂਗੇ। ਕਈ ਰਾਮ ਨਾਂ ਰੱਖੀ ਬੈਠੇ, ਉਹਨਾਂ ਨੂੰ ਕੋ ਰਾਮਚੰਦਰ ਥੋੜ੍ਹਾ ਕਵਾਂਗੇ। ਕਈ ਇਹੋ ਜਿਹੇ ਜਿਹੜੇ ਗੋਬਿੰਦ ਸਿੰਘ ਨਾਮ ਰੱਖੀ ਫਿਰਦੇ, ਉਹਨਾਂ ਨੂੰ ਆਪਾਂ ਗੁਰੂ ਗੋਬਿੰਦ ਸਿੰਘ ਥੋੜ੍ਹਾ ਕਹਿ ਦੇਵਾਂਗੇ। ਕਈਆਂ ਨੇ ਨਾਨਕ ਨਾਮ ਰੱਖਿਆ ਹੋਇਆ, ਕਈਆਂ ਨੂੰ ਕਰਤਾਰ ਵੀ ਕਹਿੰਦੇ ਨੇ, ਉਹ ਕਰਤਾਰ ਥੋੜ੍ਹੋ ਨੇ। ਕਈਆਂ ਨੇ ਵਾਹਿਗੁਰੂ ਵੀ ਨਾਂ ਰੱਖ ਲਿਆ ਆਪਣਾ, ਉਹ ਕੋ ਵਾਹਿਗੁਰੂ ਥੋੜ੍ਹੋ ਨੇ। ਨਾਮ ਕਿਸੇ ਨਾਲ ਜੋੜਨ ਦਾ ਅਰਥ ਇਹ ਨਹੀਂ ਹੈ ਕਿ ਉਹਦੀ ਤਾਰੀਫ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ। ਮੁਰਾਰੇ ਨਾਮ ਪਰਮਾਤਮਾ ਦਾ ਹੈ। ਇਸੇ ਤਰੀਕੇ ਦੇ ਨਾਲ ਉਹ ਪਰਮਾਤਮਾ ਜਿਹੜਾ ਗੋਵਰਧਨ ਹੈ, ਉਹ ਪਰਮਾਤਮਾ ਜਿਹੜਾ ਗੋਪਾਲ ਮਨਾ ਪ੍ਰਿਥਵੀ ਨੂੰ ਪਾਲਣ ਵਾਲਾ, ਗੋਬਿੰਦ ਮਨਾ ਜੋ ਪ੍ਰਿਥਵੀ ਦਾ ਮਾਲਕ ਹੈ, ਮੁਰਾਰੇ ਮੈਣਾ ਜਿਹੜਾ ਹੰਕਾਰ ਰੂਪੀ ਰਾਖਸ਼ ਨੂੰ ਮਾਰਨ ਵਾਲਾ ਹੈ। ਪਰਮਾਤਮਾ ਦੇ ਨਾਮ ਤੋਂ ਬਿਨਾਂ ਹੰਕਾਰ ਤਾਂ ਮਿਟਦਾ ਹੀ ਨਹੀਂ ਹੈ। ਇਸ ਕਰਕੇ ਉਹਨੂੰ ਮੁਰਾਰੇ ਵੀ ਕਿਹਾ, ਉਹਨੂੰ ਗੋਪਾਲ ਵੀ ਕਿਹਾ। ਕਰਮ ਨਾਮ ਬੇਅੰਤ ਰੱਖੇ ਨੇ ਪਰਮਾਤਮਾ ਦੇ। ਸਮੇਂ ਸਮੇਂ 'ਤੇ ਲੋਕਾਂ ਨੇ ਅਵਤਾਰੀ ਪੁਰਖਾਂ ਦੇ ਨਾਲ ਵੀ ਜੋੜ ਦਿੱਤੇ। ਇੱਥੇ ਕਿਸੇ ਅਵਤਾਰ ਦੀ ਮਹਿਮਾ ਨਹੀਂ ਹੈ ਗੁਰਬਾਣੀ ਅੰਦਰ। ਗੁਰਬਾਣੀ 'ਚ ਮਹਿਮਾ ਕੇਵਲ ਪਰਮਾਤਮਾ ਦੀ ਹੈ। ਉਹਨਾਂ ਅਵਤਾਰਾਂ ਦਾ ਜ਼ਿਕਰ ਆਇਆ ਹੈ, ਪਰ ਉਹਨਾਂ ਨੇ ਜੋ ਕੰਮ ਉਹਨਾਂ ਕਰਕੇ ਆਇਆ ਹੈ, ਉਹ ਇਸ ਕਰਕੇ ਨਹੀਂ ਆਇਆ ਕਿ ਗੁਰੂ ਸਾਹਿਬ ਜੀ ਕੋ ਉਹਨਾਂ ਦੀ ਉਸਤਤ ਕਰ ਰਹੇ ਨੇ। ਮਾੜਾ ਸਤਿਗੁਰੂ ਜੀ ਨੇ ਕਿਸੇ ਨੂੰ ਨਹੀਂ ਕਿਹਾ, ਲੇਕਿਨ ਉਸਤਤ ਕੇਵਲ ਨਿਰੰਕਾਰ ਦੀ ਹੈ। ਉਸਤਤ ਕੇਵਲ ਨਿਰੰਕਾਰ ਦਾ ਨਾਮ ਜਪਣ ਵਾਲਿਆਂ ਦੀ ਹੈ। ਮੁਰਾਰੇ ਦਾ ਅਰਥ ਹੈ ਹੰਕਾਰ ਰੂਪੀ ਰਾਖਸ਼ ਨੂੰ ਮਾਰਨ ਵਾਲਾ ਜੋ ਪਰਮਾਤਮਾ ਅਤੋਲ ਹੈ, ਅਡੋਲ ਹੈ, ਅਟਲ ਹੈ। ਖਿਨ ਮਹਿ ਢਾਹੇ ਫੇਰ ਉਸਾਰੇ। ਉਹ ਵਾਹਿਗੁਰੂ ਜੀ ਇੱਕ ਖਿਨ ਵਿੱਚ ਸਾਰੇ ਜਗਤ ਨੂੰ ਢਾਹ ਸਕਦਾ ਹੈ ਤੇ ਫਿਰ ਇਹਦੀ ਉਸਾਰੀ ਕਰ ਸਕਦਾ ਹੈ। ਰੂਪ ਨਾ ਰੇਖਿਆ ਮਿਤ ਨਹੀਂ ਕੀਮਤ, ਸ਼ਬਦ ਭੇਦ ਪਤੀ ਆਏ ਦਾ। ਪਰਮਾਤਮਾ ਦਾ ਕੋਈ ਰੂਪ ਨਹੀਂ ਹੈ, ਕੋਈ ਰੇਖ। ਜਿਵੇਂ ਆਪਾਂ ਲਕੀਰਾਂ ਦੇ ਨਾਲ ਕਿਸੇ ਦੀ ਤਸਵੀਰ ਨਹੀਂ ਬਣਾ ਦਿੰਦੇ ਹੋਏ, ਇੱਦਾਂ ਪਰਮਾਤਮਾ ਦੀ ਕੋਈ ਰੇਖ ਨਹੀਂ, ਕੋਈ ਤਸਵੀਰ ਨਹੀਂ ਹੈ। ਉਹ ਪਰਮਾਤਮਾ ਦੀ ਕੋਈ ਮਿਤ ਦਰਥ ਅੰਦਾਜ਼ਾ ਹੀ ਨਹੀਂ ਆਪਾਂ ਲਾ ਸਕਦੇ ਕਿ ਕਿੰਨੀ ਕੁ ਵੱਡੀ ਪਾਵਰ ਵਾਲਾ, ਬਲ ਵਾਲਾ ਉਹ ਪਰਮਾਤਮਾ, ਤੇ ਨਾ ਅਜ ਤੱਕ ਉਹਦੀ ਕੀਮਤ ਪਾ ਸਕਿਆ ਹੈ। ਸ਼ਬਦ ਭੇਦ ਪਤੇ ਆਏਂਦਾ, ਇਹ ਤੇ ਗੁਰੂ ਕੇ ਸ਼ਬਦ ਰਾਹੀਂ ਜਿਨ੍ਹਾਂ ਦਾ ਮਨ ਵਿੰਨਿਆ ਗਿਆ, ਜਾਂ ਐਵੇਂ ਕਹਿ ਲਓ ਗੁਰੂ ਕੇ ਸ਼ਬਦ ਰਾਹੀਂ ਜਿਨ੍ਹਾਂ ਦੇ ਅੰਦਰ ਗਿਆਨ ਹੋ ਗਿਆ, ਉਹਨਾਂ ਦਾ ਮਨ ਪਰਮਾਤਮਾ 'ਚ ਪਤੀਜ ਜਾਂਦਾ ਹੈ, ਲਿਵਲੀਨ ਹੋ ਜਾਂਦਾ ਹੈ। ਹਮ ਦਾਸਨ ਕੇ ਦਾਸ ਪਿਆਰੇ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਅਸੀਂ ਤੇ ਵਾਹਿਗੁਰੂ ਜੀ ਦੇ ਦਾਸਾਂ ਦੇ ਦਾਸ ਹਾਂ। ਦੇਖੋ ਕਿੰਨੀ ਨਿਰਮਾਣਤਾ ਸਤਿਗੁਰ ਸੱਚੇ ਪਾਤਸ਼ਾਹ ਜੀ ਵਿੱਚ। ਆਪ ਨਿਰੰਕਾਰ ਦਾ ਰੂਪ ਨੇ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਪਰ ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਪੜੋ, ਸਤਿਗੁਰੂ ਜੀ ਨੇ ਕਿਤੇ ਆਪਣੇ ਆਪ ਨੂੰ ਵੱਡਿਆ ਨਹੀਂ ਕਹਾਇਆ। ਨਾਨਕ ਨੀਚ ਕਹੈ ਵਿਚਾਰ, ਹਮ ਦਾਸਨ ਕੇ ਦਾਸ ਪਿਆਰੇ। ਮੋਖੋ ਕੀਜੇ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥ। ਸਾਹਿਬ ਜੀ ਕਹਿੰਦੇ ਕਿ ਅਸੀਂ ਉਸ ਵਾਹਿਗੁਰੂ ਜੀ ਦੇ ਦਾਸਾਂ ਦੇ ਦਾਸ ਹਾਂ ਜੀ। ਸਾਧਕ ਸਾਚ ਭਲੇ ਵਿਚਾਰੇ। ਸਾਧਕ ਦਾ ਅਰਥ ਹੁੰਦਾ ਜਿਹੜੇ ਸਾਧਨਾ ਕਰਨ ਵਾਲੇ ਨੇ, ਜਿਹੜੇ ਸੱਚ ਨਾਲ ਜੁੜੇ ਹੋਏ, ਭਲੀਆਂ ਵਿਚਾਰਾਂ ਵਾਲੇ ਨੇ, ਵਿਚਾਰ 'ਚ ਲੱਗੇ ਹੋਏ ਨੇ ਜਿਹੜੇ, ਭਈ ਅਸੀਂ ਉਹਨਾਂ ਦੇ ਸੇਵਾਦਾਰ ਹਾਂ। ਮੰਨੇ ਨਾਉ ਸੋਈ ਜਿਣ ਜਾਸੀ, ਆਪੇ ਸਾਚ ਡੜਾਏ ਦਾ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਿਹੜਾ ਨਾਮ ਨੂੰ ਮੰਨ ਲੇ। ਨਾਮ ਨੂੰ ਮੰਨਣ ਦਾ ਅਰਥ ਹੈ ਕਿ ਜਿਹਦਾ ਨਾਮ ਵਿੱਚ ਮਨ ਪਤੀਜ ਜਾਏ। ਨਾਮ ਗੁਰਬਾਣੀ ਕਹਿੰਦੀ ਕਿ ਸਭ ਕੁਝ ਨਾਮ ਤੋਂ ਹੀ ਬਣਿਆ ਹੈ। ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਿਮੰਡ, ਨਾਮ ਕੇ ਤਾਰੇ ਸਿਮਰਤ ਬੇਦ ਪ੍ਰਾਨ। ਅਸੀਂ ਜਦੋਂ ਪਾਵਨ ਗੁਰਬਾਣੀ ਆਰੰਭ ਕਰਦੇ ਹਾਂ ਤੇ ਸਤਿਗੁਰੂ ਜੀ ਨੇ ਉਸ ਵਾਹਿਗੁਰੂ ਜੀ ਦਾ ਸਰੂਪ ਚਿੱਤਰਿਆ, ਜਿਹਨੂੰ ਆਪਾਂ ਕਹਿ ਸਕਦੇ ਪ੍ਰਮਾਤਮਾ ਦਾ ਸ਼ਬਦ ਚਿੱਤਰ ਅੰਕਿਤ ਕੀਤਾ ਹੈ। ਇੱਕ ਓੰਕਾਰ, ਸਤ ਨਾਮ। ਸਤ ਨਾਮ ਦੋ ਗੱਲਾਂ ਨੇ ਇੱਥੇ। ਨਾਮ ਅਰਥ ਹੈ ਉਹ ਪਰਮਾਤਮਾ ਦੀ ਪਾਵਰ, ਉਹ ਪਰਮਾਤਮਾ ਦਾ ਹੁਕਮ, ਉਹ ਪਰਮਾਤਮਾ ਦਾ ਕਾਨੂੰਨ, ਉਹ ਪਰਮਾਤਮਾ ਦਾ ਨੂਰ, ਪਰਮਾਤਮਾ ਦਾ ਜਲਵਾ, ਜਿਹਦੇ ਰਾਹੀਂ ਇਹ ਸਾਰਾ ਜਗਤ ਬਣੇ ਹੈ, ਜਿਹਦੇ ਆਸਰੇ ਜਗਤ ਚੱਲ ਰਿਹਾ ਹੈ, ਜਿਹਦੇ ਰਾਹੀਂ ਇਹ ਜਗਤ ਸਿਰਜਿਆ ਗਿਆ ਹੈ, ਜਿਸ ਕਾਨੂੰਨ ਦੇ ਅਧੀਨ, ਹੁਕਮ ਦੇ ਅਧੀਨ ਇਹ ਜਗ ਚੱਲ ਰਿਹਾ ਹੈ। ਔਰ ਗੁਰਬਾਣੀ 'ਚ ਉਹਨੂੰ ਨੂਰ ਵੀ ਕਿਹਾ ਹੈ। ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਨੇ। ਜਿਹੜਾ ਉਸ ਨਾਮ ਨੂੰ ਮੰਨ ਲੇ, ਉਹਦੇ 'ਚ ਜੁੜ ਜਾਏ, ਉਹਨੂੰ ਪਤੀ ਜਾਏ, ਉਹਦੇ ਵਿੱਚ
ਉਹ ਨਾਮ ਦਾ ਰੂਪ ਹੀ ਸਤਿਗੁਰੂ ਜੀ ਨੇ ਬਿਆਨ ਕੀਤਾ ਹੈ ਕਿ ਉਹ ਨਿਰਭਉ ਹੈ, ਉਹ ਨਿਰਵੈਰ ਹੈ, ਉਹ ਆਦਿ ਸੱਚ ਹੈ, ਜੁਗਾਦ ਸੱਚ ਹੈ, ਸਦਾ ਕਾਇਮ ਰਹਿਣ ਵਾਲਾ ਹੈ। ਜਿਹੜਾ ਉਸ ਨਾਮ ਨੂੰ ਮੰਨ ਲੇ। ਹੁਣ ਸਾਡਾ ਮਨ ਨਾਮ ਵਾਲੇ ਬੰਨੇ ਨਹੀਂ ਲੱਗਦਾ, ਸਾਡਾ ਮਨ ਤੇ ਦੁਨਿਆਵੀ ਬਾਹਰਲਾ ਆਕਾਰ ਦੇਖ ਕੇ ਝਟ ਪਤੀ ਜਾਂਦਾ। ਅਸੀਂ ਕਹਿੰਦੇ ਜੀ ਮੂਰਤ ਤੋਂ ਬਿਨਾਂ ਰੱਬ ਨਾਲ ਨਹੀਂ ਜੁੜਿਆ ਜਾਂਦਾ। ਦੇਖਿਆ ਸਾਡੇ ਘਰਾਂ 'ਚ ਮੂਰਤਾਂ ਲੱਗ ਗਈਆਂ। ਗੁਰਮਤਿ ਦੇ ਅੰਦਰ ਮੂਰਤ ਨੂੰ ਕੋਈ ਥਾਂ ਨਹੀਂ, ਤਸਵੀਰ ਨੂੰ ਕੋਈ ਥਾਂ ਨਹੀਂ ਹੈ। ਜੇ ਸਤਿਗੁਰੂ ਜੀ ਨੇ ਮੂਰਤੀ ਪੂਜਾ ਕਰਾਉਣੀ ਹੁੰਦੀ ਕਿ ਸਤਿਗੁਰੂ ਜੀ ਵੇਲੇ ਮੂਰਤੀਆਂ ਨਹੀਂ ਸਨ ਬਣਦੀਆਂ। ਗੁਰੂ ਨਾਨਕ ਸਾਹਿਬ ਜੀ ਆਪਣੀ ਬਹੁਤ ਵੱਡੀ ਕੋ ਮੂਰਤੀ ਬਣਾ ਕੇ ਕਰਤਾਰਪੁਰ 'ਚ ਰੱਖ ਜਾਂਦੇ। ਸ੍ਰੀ ਹਰਿਮੰਦਰ ਸਾਹਿਬ ਜੀ ਸਤਿਗੁਰੂ ਜੀ ਕੋ ਮੂਰਤੀ ਬਣਾਉਂਦੇ, ਉਦੋਂ ਧਰਮ ਮੰਦਰਾਂ ਦੇ ਅੰਦਰ ਮੂਰਤੀਆਂ ਬੁੱਤ ਬਹੁਤ ਬਣੇ ਹੋਏ ਸਨ, ਸਤਿਗੁਰੂ ਜੀ ਵੀ ਬਣਾ ਦਿੰਦੇ। ਲੇਕਿਨ ਆਕਾਰ ਨਾਲ ਤੇ ਗੁਰਮਤਿ ਨੇ ਜੋੜਿਆ ਹੀ ਨਹੀਂ ਹੈ। ਗੁਰਮਤਿ ਨੇ ਨਿਰਾਕਾਰ ਨਾਲ ਜੋੜਿਆ। ਆਕਾਰ ਨਾਲ ਜੁੜ ਕੇ ਤੁਸੀਂ ਨਿਰਾਕਾਰ ਤੱਕ ਨਹੀਂ ਪਹੁੰਚ ਸਕੋਗੇ, ਰਸਤੇ ਵਿੱਚ ਰੁਕ ਜਾਓਗੇ। ਭਾਵੇਂ ਉਹ ਮੂਰਤ ਕਿਸੇ ਦੀ ਵੀ ਆ, ਈਵਨ ਗੁਰੂ ਸਾਹਿਬਾਂ ਦੀ ਵੀ ਕਿਉਂ ਨਹੀਂ ਹੈ। ਗੁਰਮਤਿ ਦੇ ਅੰਦਰ ਮੂਰਤ ਦੀ ਤਸਵੀਰ ਦੀ ਪੂਜਾ ਦੀ ਕੋਈ ਗੱਲ ਨਹੀਂ ਹੈ। ਗੁਰਮਤਿ ਦੇ ਅੰਦਰ ਸ਼ਬਦ ਮੂਰਤ ਦੀ ਗੱਲ ਹੈ। ਸ਼ਬਦ ਮੂਰਤ ਸਤਿਗੁਰੂ ਜੀ ਨੇ ਗੁਰਬਾਣੀ 'ਚ ਕਿਹਾ ਕਿ ਗੁਰੂ ਦੇ ਚਰਨ ਜਿਹੜੇ ਨੇ, ਸ਼ਬਦ ਚਰਨ ਗੁਰੂ ਕਾ ਸ਼ਬਦ ਹੀ ਗੁਰੂ ਕੇ ਚਰਨ ਹੈ। ਗੁਰਮੂਰਤ ਗੁਰ ਸ਼ਬਦ ਹੈ, ਭਾਈ ਗੁਰਦਾਸ ਜੀ ਦਾ ਬਚਨ ਹੈ। ਹੁਣ ਪਰਮਾਤਮਾ ਦੀ ਮੂਰਤ ਦੇਖਣੀ ਤੇ ਮੂਲ ਮੰਤਰ ਪੜ੍ਹਿਆ ਕਰੋ। ਇਹਦੋਂ ਵਧੀਆ ਪਰਮਾਤਮਾ ਦਾ ਸਰੂਪ ਤੁਹਾਨੂੰ ਦੁਨੀਆ ਦੇ ਕਿਸੇ ਧਰਮ ਗ੍ਰੰਥ ਅੰਦਰ ਨਹੀਂ ਮਿਲੇਗਾ। ਸ਼ਬਦ ਚਿੱਤਰ ਪਰਮਾਤਮਾ ਦਾ। ਵੈਸੇ ਵੀ ਕਿਸੇ ਮਨੁੱਖ ਨੂੰ ਤੁਹਾਡੇ ਸਾਹਮਣੇ ਬੈਠਾ ਹੋਏ, ਉਹ ਬੋਲਦਾ ਹੀ ਨਹੀਂ ਹੈ, ਉਹਦੇ ਗੁਣਾਂ ਦਾ ਤੁਹਾਨੂੰ ਪਤਾ ਨਹੀਂ ਹੈ, ਉਹਦੀ ਵਡਿਆਈ ਦਾ ਰੁਤਬੇ ਦਾ ਨਹੀਂ ਤੁਹਾਨੂੰ ਪਤਾ। ਭਾਵੇਂ ਉਹ ਜਿੰਨੇ ਮਰਜ਼ੀ ਵੱਡੇ ਰੁਤਬੇ ਬੈਠਾ, ਆਮ ਜੇ ਕੱਪੜੇ ਪਾ ਕੇ ਤੁਹਾਡੇ ਕੋਲ ਬੈਠ ਜੇ ਤੇ ਤੁਸੀਂ ਉਹਦੇ ਵੱਲ ਕਦੀ ਧਿਆਨ ਹੀ ਨਹੀਂ ਕਰੋਗੇ। ਕੋਈ ਬੰਦਾ ਕਹੇਗਾ ਇਹ ਬੰਦਾ ਇਹ ਹੈ, ਇਹਦੀ ਇਹ ਵਡਿਆਈ, ਇਹਦੇ 'ਚ ਇਹ ਗੁਣ ਨੇ, ਇਹਦੀ ਇਹ ਮਹਾਨਤਾ ਹੈ, ਤੁਹਾਡਾ ਉਹਦੇ ਪ੍ਰਤੀ ਖਿੱਚ ਬਣ ਜਾਏਗੀ। ਜਿੰਨਾ ਚਿਰ ਤੁਸੀਂ ਗੁਣ ਨਹੀਂ ਸੁਣੇ, ਜਿੰਨਾ ਚਿਰ ਉਹਦਾ ਰੁਤਬਾ ਨਹੀਂ ਸੁਣਿਆ, ਤੁਹਾਡੇ ਕੋਲ ਬੈਠਾ ਰਹੇ, ਆਮ ਬੈਠੇ ਨੇ ਕਿ ਬੰਦੇ ਬੜੇ ਮਹਾਨ ਨੇ, ਤੁਹਾਨੂੰ ਪਤਾ ਹੀ ਨਹੀਂ। ਆਪਾਂ ਕਹਿੰਦੇ ਲੈ ਪਤਾ ਹੀ ਨਹੀਂ ਲੱਗਾ, ਕਈ ਦਿਨਾਂ ਦਾ ਸਾਡੇ ਕੋਲ ਹੀ ਰਹਿੰਦਾ ਸੀ, ਕਿਉਂਕਿ ਤੁਸੀਂ ਉਹਦੇ ਗੁਣਾਂ ਨੂੰ ਨਹੀਂ ਸੁਣਿਆ, ਉਹਦੀ ਵਡਿਆਈ ਨੂੰ ਨਹੀਂ ਸੁਣਿਆ। ਇਸ ਕਰਕੇ ਆਕਾਰ ਕਰਕੇ ਖਿੱਚ ਨਹੀਂ ਬਣਦੀ, ਮਾਫ ਕਰਨਾ, ਖਿੱਚ ਬਣਦੀ ਹੈ ਗੁਣਾਂ ਕਰਕੇ। ਪਰਮਾਤਮਾ ਦੇ ਗੁਣ ਨੇ ਗੁਰਬਾਣੀ ਦੇ ਅੰਦਰ, ਮੂਲ ਮੰਤਰ ਦੇ ਅੰਦਰ ਪਰਮਾਤਮਾ ਦਾ ਸਰੂਪ ਬਿਆਨ ਕੀਤਾ ਹੈ। ਜਦੋਂ ਤੁਸੀਂ ਪਰਮਾਤਮਾ ਦੇ ਸਰੂਪ ਨੂੰ ਪੜੋਗੇ, ਆਪਣੇ ਆਪ ਹੀ ਤੁਹਾਡੀ ਖਿੱਚ ਬਣ ਜਾਏਗੀ। ਤਸਵੀਰ ਨਾਲ ਖਿੱਚ ਨਹੀਂ ਬਣਨੀ, ਕਦੀ ਨਹੀਂ ਬਣਦੀ। ਬੜੇ ਤਸਵੀਰਾਂ ਨੂੰ ਪੂਜਦੇ ਕਿੰਨੇ ਕੁ ਰੱਬ ਨੂੰ ਮਿਲ ਗਏ ਨੇ। ਆਪਣੀ ਧਰਤੀ ਤੇ ਮੁਲਕ ਦੇ ਪੱਥਰਾਂ ਦੀ ਪੂਜਾ ਹੋ ਰਹੀ, ਕਿੰਨੇ ਕੁ ਰੱਬ ਨੂੰ ਮਿਲ ਗਏ ਨੇ। ਰੱਬ ਨੂੰ ਮਿਲਣ ਦਾ ਅਰਥ ਪਰਮਾਤਮਾ 'ਚ ਲਿਵਲੀਨ ਹੋਣਾ, ਪਰਮਾਤਮਾ ਵਰਗੇ ਬਣਨਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਕਿ ਉਹ ਪਰਮਾਤਮਾ ਜਿਹੜਾ ਹੈ ਨਾ, ਜੇ ਉਹਨੂੰ ਮਿਲਣਾ, ਉਹਨੂੰ ਮਿਲਣਾ ਹੀ ਜ਼ਿੰਦਗੀ ਦੀ ਸਫਲਤਾ ਹੈ। ਜੇ ਨਹੀਂ ਮਿਲੇ ਤੇ ਜ਼ਿੰਦਗੀ ਦੀ ਬਾਜੀ ਆਪਾਂ ਹਾਰ ਗਏ। ਉਹ ਜ਼ਿੰਦਗੀ ਅੰਦਰ ਬਾਜੀ ਦੀ ਜਿੱਤਦੇ ਨੇ ਜਿਹੜੇ ਨਾਮ ਨੂੰ ਮੰਨ ਲੈਂਦੇ ਨੇ। ਮੰਨਣ ਦਾ ਅਰਥ ਹੈ ਨਾਮ ਵਿੱਚ ਲਿਵਲੀਨ ਹੋ ਜਾਣਾ, ਪਤੀਜ ਜਾਣਾ। ਰੋਜ਼ ਬਚਨ ਆਪਾਂ ਪੜ੍ਹਦੇ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬੈ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਪਰਮਾਤਮਾ ਦੇ ਨਾਮ ਨੂੰ ਕੋ ਮਨ ਕਰਕੇ ਮੰਨ ਲੈ। ਅਸੀਂ ਕਈ ਵਾਰੀ ਦੇਖੋ ਗੁਰਦੁਆਰੇ ਆਏ, ਭਾਗਾਂ ਵਾਲੇ ਨੇ ਹਰ ਪ੍ਰਾਣੀ ਜੀ ਆਇਆਂ ਨੂੰ ਉਹਨਾਂ ਦਾ ਆਉਣਾ ਪ੍ਰਵਾਨ ਹੈ, ਸਫਲ ਹੈ। ਪਰ ਆ ਕੇ ਆਪਾਂ ਆਏ, ਲੇਕਿਨ ਮਨ ਕਈ ਵਾਰੀ ਸ਼ਬਦ ਨਾਲ ਨਹੀਂ ਜੁੜਦਾ। ਮਨ ਜਿਹੜਾ ਫਿਰ ਦੁਨਿਆਵੀ ਪਾਸੇ ਭੱਜਾ ਫਿਰਦਾ ਹੈ। ਔਰ ਕਈ ਥਾਂ ਤੇ ਆਪਾਂ ਜਾਣੇ ਕਿਸੇ ਬੰਦੇ ਨੂੰ ਮਿਲਣਾ, ਆਪਾਂ ਕਹਿੰਦੇ ਚਲੇ ਗਏ, ਪਰ ਆਪਣਾ ਮਨ ਨਹੀਂ ਮੰਨਿਆ, ਵੀ ਆਪਣਾ ਤਾਂ ਕੋਈ ਆਨੰਦ ਜਿਹਾ ਨਹੀਂ ਆਇਆ, ਆਪਾਂ ਮਨ ਨਹੀਂ ਮੰਨਿਆ। ਜਿੰਨਾ ਚਿਰ ਸਾਡਾ ਮਨ ਵਾਹਿਗੁਰੂ ਜੀ ਨਾਮ ਵਾਲੇ ਮੰਨੇ ਨਹੀਂ ਮੰਨੇਗਾ, ਜੁੜੇਗਾ ਨਹੀਂ, ਭਤੀਜੇਗਾ ਨਹੀਂ, ਉਹਨਾਂ ਚਿਰ ਜ਼ਿੰਦਗੀ ਦੀ ਬਾਜੀ ਆਪਾਂ ਨਹੀਂ ਜਿੱਤ ਸਕਦੇ। ਨਾਮ ਵਾਲੇ ਬੰਨੇ ਮਨ ਕਿਵੇਂ ਭਤੀਜੇ ਹੋਣ? ਇਹ ਬਹੁਤ ਔਖਾ ਸਬਜੈਕਟ ਹੈ। ਮਨ ਨੂੰ ਜੋੜਨਾ ਕੋਈ ਸੌਖੀ ਗੱਲ ਨਹੀਂ ਹੈ। ਮਨ ਨੂੰ ਜਿੱਤ ਲੈਣਾ ਹੀ ਤੇ ਜ਼ਿੰਦਗੀ ਦੀ ਬਾਜੀ ਜਿੱਤਣਾ ਹੈ। ਗੁਰਬਾਣੀ ਇਹ ਗੱਲ ਕਹਿੰਦੀ, ਮਨ ਜੀਤੇ ਜਗ ਜੀਤ। ਜਿਹਨੇ ਮਨ ਨੂੰ ਜਿੱਤ ਲਿਆ ਉਹ ਜਗ ਜੇਤੂ ਹੈ। ਹੁਣ ਬਾਣੀ ਪੜ੍ਹਦਿਆਂ ਸਾਡਾ ਮਨ ਗੈਰ ਹਾਜ਼ਰ ਹੋ ਜਾਂਦਾ ਹੈ। ਬੈਠੇ ਗੁਰਦੁਆਰੇ ਉਹਨੇ ਮਨ ਸਾਡਾ ਹੋਰ ਹੀ ਕਿਤੇ ਨਾ ਕਿਤੇ ਫੁਰਨੇ ਲਈ ਆਉਂਦਾ ਮਨ ਦੇ ਅੰਦਰ। ਅਸੀਂ ਬੜੇ ਵਧੀਆ ਸਥਾਨ ਤੇ ਬੈਠੇ, ਮਨ ਦੇ ਅੰਦਰ ਹੋਰ ਹੀ ਕਈ ਤਰ੍ਹਾਂ ਦੀਆਂ ਗੱਲਾਂ ਦੌੜੀਆਂ ਪਚੀਆਂ ਫਿਰਦੀਆਂ ਨੇ। ਇਹਦਾ ਮਤਲਬ ਕਿ ਮਨ ਜਿਹੜਾ ਹੈ ਉਹ ਮੰਨਿਆ ਨਹੀਂ ਹੈ। ਮਨ ਨੂੰ ਮਨਾਉਣ ਦਾ ਤਰੀਕਾ ਸਾਨੂੰ ਸਾਡੇ ਸਤਿਗੁਰੂ ਜੀ ਨੇ ਦਿੱਤਾ। ਸਭ ਤੋਂ ਵਧੀਆ ਤਰੀਕਾ ਸਤ ਸੰਗਤ। ਦੋ ਦਾਤਾਂ ਸਾਨੂੰ ਬਹੁਤ ਮਹਾਨ ਦਿੱਤੀਆਂ। ਵੈਸੇ ਤੇ ਇੱਕ ਦਾਤ ਅਮੋਲ ਹੈ। ਗੁਰੂ ਨਾਨਕ ਸਾਹਿਬ ਜੀ ਨੇ ਸਿੱਖ ਦੀ ਜ਼ਿੰਦਗੀ ਦਾ ਜੋ ਆਧਾਰ ਹੈ, ਸਿੱਖ ਦੀ ਜ਼ਿੰਦਗੀ ਦਾ ਜੋ ਥੰਮ ਹੈ, ਉਹਦਾ ਜ਼ਿਕਰ ਕੀਤਾ। ਜੋਗੀਆਂ ਨਾਲ ਚਰਚਾ ਹੋਈ ਨਾ ਸਤਿਗੁਰੂ ਜੀ ਦੀ, ਜੋਗੀ ਸਤਿਗੁਰੂ ਜੀ ਦੇ ਗਿਆਨ ਦੇ ਅੱਗੇ ਉਹਨਾਂ ਦੀ ਕੋ ਵਾਹ ਕੋ ਕਰਾਮਾਤ ਚੱਲੀ ਨਾ। ਤੇ ਆਖਰ ਸਤਿਗੁਰੂ ਜੀ ਨੂੰ ਕਹਿਣ ਲੱਗੇ, ਨਾਨਕ ਜੀ ਤੁਹਾਡੇ ਕੋਲ ਕੋ ਕਰਾਮਾਤ ਹੈ ਜਿਹਦੇ ਨਾਲ ਤੁਸੀਂ ਜਿੱਥੇ ਜਾਂਦੇ ਤੁਹਾਡੀ ਵਡਿਆਈ ਬਣਦੀ ਹੈ। ਸਿਰ ਤੁਸੀਂ ਪੰਡਤਾਂ ਕੋ ਚੱਲ ਜਾਓ, ਰਾਜਿਆਂ ਕੋ ਚੱਲ ਜਾਓ, ਕਿਤੇ ਚੱਲ ਜਾਓ, ਦੁਨੀਆ ਤੁਹਾਨੂੰ ਝੁਕਦੀ। ਉਹ ਕਿਹੜੀ ਕਰਾਮਾਤ ਹੈ? ਸਾਨੂੰ ਵੀ ਦਿਖਾਓ। ਸਿਰ ਪੁੱਛਣ ਸੁਣ ਨਾਨਕਾ ਤੂੰ ਜਗ ਨੂੰ ਕਰਾ ਮਾਤ ਦਿਖਾਈ। ਕੁਝ ਦਿਖਾਏ ਐਸਾ ਨਾ ਕਿ ਉਹ ਢੇਲਾ ਵੇ ਹੀ ਲਾਈ। ਉਹ ਦੱਸੋ ਸਾਨੂੰ ਕਰਾਮਾਤ।
ਸਤਿਗੁਰੂ ਜੀ ਕਹਿਣਗੇ ਜਿਨ੍ਹਾਂ ਨੂੰ ਤੁਸੀਂ ਕਰਾਮਾਤ ਕਹਿੰਦੇ, ਗੱਲ ਚੇਤੇ ਰੱਖਣਾ, ਨਾਟਕ ਚੇਤਕ ਕਰਾਮਾਤ ਨਹੀਂ ਹੈ। ਕਿਸੇ ਨੂੰ ਜਵਾਬ ਦੇਣਾ, ਮਾਰ ਦੇਣਾ, ਇਹ ਕੋਈ ਕਰਾਮਾਤ ਨਹੀਂ ਹੈ। ਐਵੇਂ ਕਿਸੇ ਦਾ ਰੋਗ ਦੂਰ ਕਰ ਦੇਣਾ, ਇਹ ਕੋਈ ਕਰਾਮਾਤ ਨਹੀਂ ਹੈ। ਸਤਿਗੁਰੂ ਜੀ ਕਹਿਣਗੇ ਕੋਈ ਕਰਾਮਾਤ ਨਹੀਂ, ਨਾਟਕ ਚੇਤਕ ਨੇ। ਬਾਬਾ ਆਖੇ ਨਾਹਦੀ ਅਸਾਂ ਤੇ ਵੇਖਣ ਜੋਗੀ ਵਸਨਾ ਕਾਈ। ਆ ਜੋਗੀਆਂ ਵਾਲੀਆਂ ਜਿਹੜੀਆਂ ਨਾਟਕ ਚੇਤਕ ਵਾਲੀਆਂ ਗੱਲਾਂ ਨੇ, ਇਹ ਤੇ ਕੋਈ ਖਾਸ ਚੀਜ਼ ਨਹੀਂ ਹੈ। ਤੇ ਸਿੱਧਾਂ ਦਾ ਇੱਕ ਸਵਾਲ ਸੀ ਕਿ ਜਿਹੜੀਆਂ ਚੀਜ਼ਾਂ ਤੁਹਾਨੂੰ ਖਾਸ ਨਹੀਂ ਨਜ਼ਰ ਆਉਂਦੀਆਂ, ਕਿ ਐਵੇਂ ਤੇ ਨਹੀਂ ਮਿਲ ਜਾਂਦੀਆਂ? ਮਹਾਰਾਜ ਬੜੇ ਤਪ ਕੀਤੇ, ਬੜੀ ਸਾਧਨਾ ਕੀਤੀ, ਤੁਹਾਡੀ ਕੀ ਕਰਾਮਾਤ ਹੈ? ਸਤਿਗੁਰੂ ਜੀ ਕਹਿੰਦੇ ਬਾਝੋਂ ਸੱਚੇ ਨਾਮ ਦੇ ਕਰਾਮਾਤ ਅਸਾਂ ਥੇ ਨਹੀਂ। ਸਾਡੇ ਕੋਲ ਨਾਮ ਦੀ ਕਰਾਮਾਤ ਹੈ, ਨਾਮ ਦੀ। ਅਗਲਾ ਸਵਾਲ ਸੀ ਕਿ ਇਹ ਨਾਮ ਮਿਲਦਾ ਕਿਵੇਂ, ਨਾਮ ਨਾਲ ਸਾਂਝ ਬਣਦੀ ਕਿਵੇਂ? ਤੇ ਭਾਈ ਗੁਰਦਾਸ ਜੀ ਨੇ ਗੁਰੂ ਕੇ ਬਚਨ ਅੰਕਿਤ ਕੀਤੇ, ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਨਾਮ ਨਾਲ ਜੁੜਨ ਦੀ ਜੁਗਤ ਹੈ ਸਤ ਸੰਗਤ ਅਤੇ ਗੁਰਬਾਣੀ। ਜਦੋਂ ਸਤ ਸੰਗਤ ਵਿੱਚ ਆਵਾਂਗੇ, ਆ ਕੇ ਸੁਰਤ ਗੁਰਬਾਣੀ ਨਾਲ ਜੁੜਾਂਗੇ, ਇਹਨੂੰ ਵਧੀਆ ਕੋਈ ਤਰੀਕਾ ਨਹੀਂ ਹੈ ਨਾਮ ਨਾਲ ਜੁੜਨ ਦਾ। ਅਸੀਂ ਅਕਸਰ ਕਹਿੰਦੇ ਜੀ ਸਾਡਾ ਮਨ ਨਾਮ ਵਿੱਚ ਜੁੜਦਾ ਨਹੀਂ, ਕੀ ਕਰੀਏ? ਤੇ ਫਿਰ ਸਾਡੀ ਇਸ ਕਮਜ਼ੋਰੀ ਚੋਂ ਕੱਢਣ ਲਈ ਨਾ ਕਈ ਚੱਲ ਪਈਆਂ ਗੱਲਾਂ। ਕੋਈ ਕਹਿੰਦਾ ਜੀ ਇੱਥੇ ਧਿਆਨ ਧਰੋ, ਕੋਈ ਕਹਿੰਦਾ ਇਸ ਤਰੀਕੇ ਨਾਲ ਬੈਠੋ, ਕੋਈ ਕਹਿੰਦਾ ਜੀ ਐਦਾਂ ਜਪੋ, ਕੋਈ ਕਹਿੰਦਾ ਪਹਿਲਾਂ ਵਾਹਿ ਕਹੋ ਫਿਰ ਗੁਰੂ ਕੋ। ਪਤਾ ਨਹੀਂ ਕਿੰਨੇ ਕੋ ਪੰਥ ਚੱਲ ਪਏ ਨਾਮ ਦੇ ਨਾਂ ਤੇ। ਨਾਮ ਨਾਲ ਜੁੜਨ ਦਾ ਸਭ ਤੋਂ ਵਧੀਆ ਤਰੀਕਾ ਹੈ ਗੁਰਬਾਣੀ। ਗੁਰੂ ਕੇ ਬੜੇ ਪਿਆਰੇ ਬਚਨ, ਕਿਉਂਕਿ ਗੁਰਬਾਣੀ ਭਾਗਾਂ ਵਾਲੇ ਪੜ੍ਹਦੇ, ਆਪਾਂ ਪੜ੍ਹਦੇ ਨਹੀਂ, ਵਿਚਾਰਦੇ ਨਹੀਂ। ਜੇ ਪੜ੍ਹਦੇ ਆ ਇਹ ਤੋਂ ਵਧੀਆ ਬਚਨ ਕੀ ਹੋ ਸਕਦੇ ਨੇ ਸਤਿਗੁਰੂ ਜੀ ਦੇ? ਇਹ ਬਾਣੀ ਜੋ ਜੀਓ ਜਾਣੈ ਤਿਸ ਅੰਤਰ ਰਵੈ ਹਰ ਨਾਮਾ। ਬਿਲਾਵਲ ਰਾਗ ਵਿੱਚ ਗੁਰੂ ਸਾਹਿਬ ਜੀ ਦੇ ਪਾਵਨ ਬਚਨ, ਜਿੱਥੇ ਬਚਨ ਗਿਆ ਪੂਰਾ ਥਾਟ ਬਣਾਇਆ ਪੂਰੇ। ਵੇਖੋ ਏਕ ਸਮਾਨਾ ਇਸ ਪ੍ਰਪੰਚ ਮੈਂ ਸਾਚੇ ਨਾਮ ਕੀ ਵਡਿਆਈ, ਮਤ ਕੋ ਧਰੋ ਗੁਮਾਨਾ। ਉੱਥੇ ਜਾ ਕੇ ਸਤਿਗੁਰੂ ਜੀ ਕਹਿੰਦੇ ਨੇ ਜਿੱਥੇ ਨਾਮ ਦੀ ਵਡਿਆਈ, ਜੇ ਨਾਮ ਨਾਲ ਜੁੜਨਾ, ਇਹ ਬਾਣੀ ਜੋ ਜੀਓ ਜਾਣੈ, ਜੋ ਜੀ ਕਰਕੇ ਬਾਣੀ ਨੂੰ ਜਾਣ ਲਏ, ਉਹ ਨਾਮ ਨਾਲ ਜੁੜ ਜਾਏਗਾ। ਨਾਮ ਨਾਲ ਜੁੜਨ ਦਾ ਤਰੀਕਾ ਇਹ ਹੈ ਕਿ ਤੁਹਾਡੀ ਸੁਰਤ ਬਾਣੀ ਨਾਲ ਜੁੜ ਜਾਏ। ਨਾਮ ਨਾਲ ਪਿਆਰ ਪਾਉਣ ਦਾ ਤਰੀਕਾ ਹੈ ਕਿ ਤੁਹਾਡਾ ਬਾਣੀ ਨਾਲ ਪਿਆਰ ਪੈ ਜਾਏ। ਤੇ ਹੁਣ ਤੇ ਇੱਕ ਪ੍ਰਚਾਰ ਕਰ ਰਹੇ ਸਾਡੇ ਸਿੱਖ ਜਗਤ ਵਿੱਚ ਕੁਝ ਲੋਕ, ਪਤਾ ਕੀ ਕਹਿੰਦੇ? ਨਿਤਨੇਮ ਕਰਨ ਦੀ ਲੋੜ ਨਹੀਂ ਜੀ, ਬਸ ਸਿਮਰਨ ਹੀ ਕਰਿਆ ਕਰੋ। ਕਮਾਲ ਦੀ ਗੱਲ ਹੈ, ਬਾਣੀ ਪੜ੍ਹਨਾ ਸਿਮਰਨ ਨਹੀਂ ਹੈ। ਉਹ ਕਹਿੰਦੇ ਜੀ ਬਸ ਨਿਤਨੇਮ ਕਰਨ ਦੀ ਲੋੜ ਨਹੀਂ, ਸਿਮਰਨ ਕਰਿਆ ਕਰੋ। ਕਈ ਥਾਂ ਤੇ ਗੁਰਦੁਆਰਿਆਂ 'ਚ ਉਹਨਾਂ ਨੇ ਬਾਣੀ ਪੜ੍ਹਨੀ ਬੰਦ ਕਰ ਦਿੱਤੀ। ਕੀਰਤਨ ਨਹੀਂ ਹੋਣਾ ਚਾਹੀਦਾ, ਸਿਮਰਨ ਨਹੀਂ ਹੋਣਾ ਚਾਹੀਦਾ। ਕਮਾਲ ਦੀ ਗੱਲ ਹੈ। ਦੇਖੋ ਸਿੱਖ ਦਾ ਦੋ ਤਰ੍ਹਾਂ ਦਾ ਨਿਤਨੇਮ, ਇੱਕ ਜਾਤੀ ਤੇ ਇੱਕ ਜਮਾਤੀ, ਇੱਕ ਨਿੱਜੀ ਤੇ ਇੱਕ ਸੰਗਤੀ। ਸਾਡਾ ਨਿੱਜੀ ਨਿਤਨੇਮ ਹੈ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਦਾ ਸਿਮਰਨ ਕਰੀਏ। ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲ ਕੇ ਉਠਾਰ ਨਾਮ ਤੇ ਆਵੇ। ਅਸੀਂ ਬੈਠ ਕੇ ਘਰ 'ਚ ਨਿਤਨੇਮ ਕਰੀਏ, ਸੁਖਮਨੀ ਸਾਹਿਬ ਪੜ੍ਹੀਏ, ਗੁਰਬਾਣੀ ਪੜ੍ਹੀਏ, ਬਹੁਤ ਕੁਝ ਪੜ੍ਹੀਏ। ਇਹ ਸਾਡਾ ਨਿੱਜੀ ਨਿਤਨੇਮ। ਸਿਮਰਨ ਕਰਨਾ ਇਹ ਘਰ ਦਾ ਸਬਜੈਕਟ ਹੈ, ਨਿਤਨੇਮ ਕਰਨਾ ਇਹ ਘਰ ਦਾ ਸਬਜੈਕਟ ਹੈ। ਤੁਸੀਂ ਦੇਖਦੇ ਕਈ ਪ੍ਰੇਮੀ ਗੁਰਦੁਆਰੇ ਆ ਕੇ ਨੁੱਕਰ 'ਚ ਲੈ ਕੇ ਗੁਟਕਾ ਲੈ ਕੇ ਬੈਠੇ ਹੁੰਦੇ ਨੇ। ਇਹ ਤੇ ਹਾਲਾਤ ਹੋਇਆ ਕਿ ਬੱਚਾ ਘਰ 'ਚ ਪੜ੍ਹੇ ਨਾ ਤੇ ਸਕੂਲੇ ਟੀਚਰ ਪੜ੍ਹਾਏ ਤੇ ਮਗਰਲੇ ਬੰਨੇ ਕਿਤਾਬ ਖੋਲ ਕੇ ਬਹਿ ਜਾਓ। ਉਹਨੂੰ ਤੁਸੀਂ ਲਾਇਕ ਕਹੋਗੇ? ਉਸ ਬੱਚੇ ਨੂੰ ਕੀ ਕਹੋਗੇ? ਟੀਚਰ ਕਹੇਗਾ ਘਰ 'ਚ ਪੜ੍ਹਿਆ ਕਰ, ਇਹ ਤੇਰਾ ਘਰ ਦਾ ਸਬਜੈਕਟ ਹੈ। ਨਿਤਨੇਮ ਸਾਡਾ ਨਿੱਜੀ ਨਿਤਨੇਮ ਹੈ। ਸਿਮਰਨ ਸਾਡਾ ਨਿੱਜੀ ਸਿਲਸਿਲਾ ਹੈ। ਘਰ 'ਚ ਕਰੀਏ, ਕੰਮ ਕਰਦਿਆਂ ਕਰੀਏ। ਸਿਮਰਨ ਤੇ ਹਰ ਵੇਲੇ ਕਰਨਾ ਚਾਹੀਦਾ ਹੈ, ਵਾਰੰਵਾਰ ਵਾਹਿਗੁਰੂ ਨੂੰ ਚੇਤੇ ਕਰਨਾ ਚਾਹੀਦਾ ਹੈ। ਇੱਕ ਹੈ ਸਾਡਾ ਜਮਾਤੀ ਨਿਤਨੇਮ। ਜਮਾਤੀ ਜਿਹਨੂੰ ਆਪਾਂ ਸੰਗਤੀ ਕਹਿੰਦੇ। ਸੰਗਤੀ ਨਿਤਨੇਮ ਹੈ ਕੀਰਤਨ ਤੇ ਕਥਾ। ਕੀਰਤਨ ਤੇ ਕਥਾ ਸਾਡਾ ਸੰਗਤੀ ਨਿਤਨੇਮ ਹੈ। ਜਿਵੇਂ ਸਕੂਲ 'ਚ ਆਪਾਂ ਜਾਂਦੇ ਹਾਂ, ਘਰ ਵਾਲੀ ਗੱਲ ਸਕੂਲ 'ਚ ਨਹੀਂ ਕਰ ਸਕਦੇ। ਇਹ ਸਾਡਾ ਸਕੂਲ ਹੈ। ਇੱਥੇ ਆ ਕੇ ਆਪਾਂ ਗੁਰਬਾਣੀ ਸੁਣਨੀ ਹੈ, ਗੁਰਬਾਣੀ ਵਿਚਾਰਨੀ ਹੈ, ਗੁਰਬਾਣੀ ਦਾ ਕੀਰਤਨ ਸੁਣਨਾ ਹੈ। ਪਰਮਾਤਮਾ ਦੇ ਪਿਆਰ ਜੁੜਨ ਦੇ ਲਈ ਸਭ ਤੋਂ ਵਧੀਆ ਸਥਾਨ ਹੈ ਸਤ ਸੰਗਤ। ਔਰ ਸਤ ਸੰਗਤ ਹੈ ਹੀ ਜੁੜਨ ਦੇ ਲਈ। ਜਿਹੜਾ ਸਤ ਸੰਗਤ ਵਿੱਚ ਨਾ ਜੁੜ ਸਕਿਆ ਉਹ ਕਿਤੇ ਨਹੀਂ ਜੁੜ ਸਕੇਗਾ। ਭਾਵੇਂ ਜਿੰਨਾ ਮਰਜੀ ਡੂੰਘਾ ਟੋਆ ਪੁੱਟ ਕੇ ਧਰਤੀ 'ਚ ਬੈਠ ਜਾਏ, ਨਹੀਂ ਜੁੜ ਸਕੇਗਾ। ਜਿੰਨਾ ਮਰਜੀ ਪਹਾੜ ਤੇ ਚਲਿਆ ਜਾਏ, ਜਿੰਨੇ ਮਰਜੀ ਤੀਰਥਾਂ ਤੇ ਨਾਲ, ਜਿੰਨਾ ਮਰਜੀ ਅੱਖਾਂ ਮੀਟੀ ਜਾਏ, ਜਿੰਨਾ ਮਰਜੀ ਉਹ ਧਿਆਨ ਧਰੀ ਜੇ, ਕਰੀ ਨਹੀਂ ਜੁੜ ਸਕਦਾ। ਬਾਬਾ ਨਾਨਕ ਜੀ ਨੇ ਇੱਕੋ ਗੱਲ ਕਹੀ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਭਾ ਵਿਸਾਏ। ਇੱਥੇ ਨਾਮ ਨਾਲ ਜੁੜੋ ਆ ਕੇ। ਸਤ ਸੰਗਤ ਜੁੜਨ ਦੇ ਲਈ ਮੈਂ ਬੇਨਤੀ ਕਰ ਰਿਹਾ ਸਾਂ ਕਿ ਨਾਮ ਨਾਲ ਜੁੜਨ ਦਾ ਸਭ ਤੋਂ ਵਧੀਆ ਤਰੀਕਾ ਹੈ ਬਾਣੀ ਤੇ ਸਤ ਸੰਗਤ। ਬਾਣੀ 'ਚ ਸੁਰਤ ਜੋੜਨ ਦਾ ਤਰੀਕਾ ਸਤ ਸੰਗਤ ਹੈ। ਇਹ ਸਾਡੀ ਲੈਬੋਰਟਰੀ ਹੈ, ਪ੍ਰਯੋਗਸ਼ਾਲਾ ਹੈ। ਦੁਨੀਆ ਦਾ ਕੋਈ ਵੀ ਕੰਮ ਜਿਹੜਾ ਇੱਕ ਦਿਨ ਨਹੀਂ ਬਣ ਜਾਂਦਾ। ਉਹਦੇ ਲਈ ਬੜੇ ਤਜਰਬੇ ਕਰਨੇ ਪੈਂਦੇ ਨੇ, ਉਹਦੇ ਲਈ ਬੜੇ ਐਕਸਪੀਰੀਅੰਸ ਕਰਨੇ ਪੈਂਦੇ। ਜਹਾਜ਼ ਕੋ ਪਹਿਲੇ ਦਿਨ ਨਹੀਂ ਜਹਾਜ਼ ਬਣ ਕੇ ਉੱਡ ਗਿਆ। ਪਤਾ ਨਹੀਂ ਕਿੰਨੇ ਤਜਰਬੇ ਫੇਲ ਹੋਏ, ਫਿਰ ਕਿਤੇ ਜਹਾਜ਼ ਬਣਿਆ ਜੋ ਅੱਜ ਦੀ ਤਕਨੀਕ ਦਾ ਹੈ। ਸਤ ਸੰਗਤ ਵਿੱਚ ਆਉਣੀ, ਗੁਰਬਾਣੀ ਦਾ ਕੀਰਤਨ ਹੋ ਰਿਹਾ ਹੈ। ਇੱਥੇ ਜੁੜਨ ਦਾ ਯਤਨ ਕਰੀਏ, ਸੁਰਤ ਜੋੜਨੀ ਹੈ।
ਜੇ ਇੱਥੇ ਨਾ ਜੁੜੇ ਕਿਤੇ ਨਹੀਂ ਜੁੜਾਂਗੇ। ਜੇ ਇੱਥੇ ਜੁੜ ਗਏ ਤੁਸੀਂ ਕੰਮ ਕਰਦਿਆਂ ਵੀ ਜੁੜੇ ਰਹੋਗੇ, ਫਿਰ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਗੁਰਬਾਣੀ ਨਾਲ ਜੁੜਨ ਦਾ ਸਭ ਤੋਂ ਵਧੀਆ ਥਾਂ ਹੈ ਸਤ ਸੰਗਤ। ਇਸ ਕਰਕੇ ਸਾਨੂੰ ਸਾਡੇ ਸਤਿਗੁਰੂ ਜੀ ਨੇ ਕਿਹਾ ਕਿ ਗੁਰਬਾਣੀ ਨਾਲ ਜੁੜੋ। ਜਿਹੜਾ ਗੁਰਬਾਣੀ ਨਾਲ ਪਿਆਰ ਨਹੀਂ ਪਾਉਂਦਾ, ਮਾਫ ਕਰਨਾ, ਉਹਦਾ ਰੱਬ ਨਾਲ ਕਿਵੇਂ ਪਿਆਰ ਬਣੇਗਾ? ਗੁਰਬਾਣੀ ਤੇ ਹੈ ਹੀ ਰੱਬ ਦਾ ਰੂਪ ਹੈ। ਗੁਰਬਾਣੀ ਨੂੰ ਪੜ੍ਹਨਾ ਕੋਈ ਸਿਮਰਨ ਨਹੀਂ ਹੈ। ਸਿਮਰਨ ਦਾ ਅਰਥ ਹੁੰਦਾ ਹੈ ਚੇਤੇ ਕਰਨਾ। ਸਿਮਰਨ ਦਾ ਅਰਥ ਕੋਈ ਮੰਤਰ ਰਟਣ ਤੋਂ ਨਹੀਂ, ਮਾਫ ਕਰਨਾ, ਉਹ ਜਾਪ ਹੈ। ਸਿਮਰਨ ਦਾ ਅਰਥ ਕੋਈ ਮੰਤਰ ਰਟਣ ਤੋਂ ਨਹੀਂ ਹੈ। ਦੇਖੋ ਸਤਿਗੁਰੂ ਜੀ ਨੇ ਕਿਹਾ ਰਾਮ ਰਾਮ ਸਭ ਕੋ ਕੇ ਕਹੇ ਰਾਮ ਨਾ ਹੋਏ। ਰਾਮ ਰਾਮ ਕਹਿਣ ਨਾਲ ਕੋਈ ਸਿਮਰਨ ਨਹੀਂ ਹੋ ਜਾਣਾ। ਮਾਫ ਕਰਨਾ, ਵਾਹਿਗੁਰੂ ਵਾਹਿਗੁਰੂ ਕਹਿਣ ਨਾਲ ਹੀ ਕੋਈ ਸਿਮਰਨ ਨਹੀਂ ਹੋ ਜਾਣਾ। ਸਿਮਰਨ ਤੇ ਉਦੋਂ ਬਣਨਾ ਹੈ ਜਦੋਂ ਸਾਡੀ ਯਾਦ ਵਿੱਚ ਹੀ ਵਾਹਿਗੁਰੂ ਵਸ ਜਾਏਗਾ। ਘਰ ਵੜਦੇ ਹੀ ਸਾਨੂੰ ਵਾਹਿਗੁਰੂ ਯਾਦ ਹੈ ਕਿ ਵਾਹਿਗੁਰੂ ਜੀ ਨੇ ਕਿੰਨਾ ਸੋਹਣਾ ਘਰ ਦਿੱਤਾ, ਇਹ ਸਿਮਰਨ ਹੈ। ਕੰਮ ਤੇ ਜਾਂਦਿਆਂ ਯਾਦ ਆ ਜਾਏ ਕਿ ਵਾਹਿਗੁਰੂ ਜੀ ਨੇ ਬੜੀ ਕਿਰਪਾ ਕੀਤੀ, ਸਾਨੂੰ ਸੋਹਣਾ ਕੰਮ ਦਿੱਤਾ, ਇਹ ਸਿਮਰਨ ਹੈ। ਧੀਆਂ ਪੁੱਤਰਾਂ ਨੂੰ ਦੇਖ ਕੇ, ਕਾਰੋਬਾਰ ਨੂੰ ਦੇਖ ਕੇ, ਤੰਦਰੁਸਤੀ ਨੂੰ ਦੇਖ ਕੇ, ਆਲੇ ਦੁਆਲੇ ਨੂੰ ਦੇਖ ਕੇ ਕਿ ਵਾਹਿਗੁਰੂ ਤੁਸੀਂ ਬੜੀ ਕਿਰਪਾ ਕੀਤੀ ਹੈ, ਸਾਨੂੰ ਇੰਨੇ ਸੋਹਣੇ ਕਰੋ, ਇਹ ਹੈ ਸਿਮਰਨ। ਹਰ ਵੇਲੇ ਉੱਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ ਉਸ ਵਾਹਿਗੁਰੂ ਜੀ ਨੂੰ ਚੇਤੇ ਰੱਖਣਾ। ਤੁਸੀਂ ਗੁਰਮੰਤਰ ਦਾ ਅਭਿਆਸ ਕਰਦੇ ਹੋ, ਮੁਬਾਰਕ ਹੈ, ਉਹ ਕਰਨਾ ਚਾਹੀਦਾ। ਪਰ ਮਤਾਂ ਸੋਚਣਾ ਕਿ ਮੁੱਖ ਤੋਂ ਕੇਵਲ ਕੁਝ ਮੰਤਰ ਜਪਣ ਨੂੰ ਸਿਮਰਨ ਕਿਹਾ ਜਾਂਦਾ। ਸਿਮਰਨ ਦਾ ਅਰਥ ਹੈ ਯਾਦ। ਤੇ ਉਹ ਗੁਰਬਾਣੀ ਤੇ ਸਿਮਰਨ ਹੀ ਭਰਿਆ ਪਿਆ, ਹਰ ਥਾਂ ਤੇ ਸਾਨੂੰ ਵਾਹਿਗੁਰੂ ਨੂੰ ਚੇਤੇ ਕਰਾਇਆ। ਬਾਣੀ ਪੜ੍ਹਨਾ ਵੀ ਸਿਮਰਨ ਹੈ। ਜੇ ਤੁਹਾਡੀ ਸੁਰਤ ਬਾਣੀ 'ਚ ਜੁੜ ਗਈ ਤੇ ਇਹ ਵੀ ਸਿਮਰਨ ਬਣ ਜਾਂਦੀ ਹੈ। ਇਸ ਕਰਕੇ ਨਾਮ ਨਾਲ ਜੁੜਨ ਦਾ ਸਭ ਤੋਂ ਵਧੀਆ ਸਾਧਨ ਇਹ ਹੈ ਗੁਰਬਾਣੀ 'ਚ ਸੰਜੋੜ ਲਓ। ਜਦੋਂ ਤੁਹਾਡਾ ਮਨ ਗੁਰਬਾਣੀ 'ਚ ਲਵਲੀਨ ਹੋ ਗਿਆ, ਸਿਮਰਨ ਆਪੇ ਚੱਲ ਪੈਣਾ, ਆਪਣੇ ਆਪ ਹੀ ਚੱਲ ਪੈਣਾ। ਗੁਰੂ ਕੇ ਬੜੇ ਸੋਹਣੇ ਬਚਨ ਨੇ, ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹ ਹੋਆ ਸਮਾਓ। ਆਪਣੀ ਸੁਰਤ ਨੂੰ ਜੇ ਪਰਮਾਤਮਾ 'ਚ ਲਵਲੀਨ ਕਰਨਾ ਹੈ ਤੇ ਪਹਿਲਾਂ ਸ਼ਬਦ ਵਿੱਚ ਲਵਲੀਨ ਕਰ ਲਓ। ਜਿਹਦੇ ਮਨ 'ਚ ਸ਼ਬਦ ਵਸ ਗਿਆ, ਇਹ ਸ਼ਬਦ ਵਿੱਚ ਪਰਮਾਤਮਾ ਦੇ ਰਤਨ ਭਰੇ ਪਏ ਨੇ। ਵਾਹਿਗੁਰੂ ਦਾ ਸ਼ਬਦ ਹੀਰੇ ਦੀ ਨਿਆਏ, ਸ਼ਬਦ ਰਤਨ ਦੀ ਨਿਆਈ, ਇਹਦੇ 'ਚ ਵਾਹਿਗੁਰੂ ਦੇ ਗੁਣਾਂ ਦੇ ਹੀਰੇ ਜੜੇ ਹੋਏ। ਜਦੋਂ ਤੁਹਾਡਾ ਮਨ ਸ਼ਬਦ ਵਿੱਚ ਲਵਲੀਨ ਹੋ ਗਿਆ, ਬਾਣੀ 'ਚ ਲਵਲੀਨ ਹੋ ਗਿਆ, ਸਿਮਰਨ ਤੇ ਆਪੇ ਹੀ ਅੰਦਰ ਚੱਲ ਪੈਣੇ, ਜਾਤ ਤੇ ਆਪੇ ਅੰਦਰ ਚੱਲ ਜਾਣੀ। ਅੰਦਰੋਂ ਤੁਸੀਂ ਕਦੀ ਟੁੱਟੋਗੇ ਨਹੀਂ ਪਰਮਾਤਮਾ ਦੇ ਪਿਆਰ ਨਾਲੋਂ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਨਾਮ ਨੂੰ ਮੰਨ ਲੇ, ਭਾਵ ਜਿਹਦਾ ਮਨ ਵਾਹਿਗੁਰੂ ਜੀ ਦੇ ਨਾਮ ਵਿੱਚ ਪਤੀਜ ਜਾਏ, ਉਹ ਜ਼ਿੰਦਗੀ ਦੀ ਬਾਜੀ ਜਿੱਤ ਜਾਂਦਾ ਹੈ। ਉਹ ਜ਼ਿੰਦਗੀ 'ਚ ਵਾਹਿਗੁਰੂ ਜੀ ਦੇ ਪਿਆਰ 'ਚ ਲਵਲੀਨ ਹੋ ਜਾਂਦਾ ਹੈ। ਤੇ ਵਾਹਿਗੁਰੂ ਆਪ ਹੀ ਕਿਰਪਾ ਕਰਕੇ ਗੁਰੂ ਕੇ ਸ਼ਬਦ ਰਾਹੀਂ ਪਈ ਸਾਡੇ ਅੰਦਰ ਇਹ ਗੱਲ ਦ੍ਰਿੜ ਕਰਾ ਦਿੰਦਾ ਹੈ, ਨਾਮ ਜਿਹੜਾ ਹੈ ਵਸਾ ਦਿੰਦਾ ਹੈ। ਪੱਲੇ ਸਾਚ ਸੱਚੇ ਸੱਚਿਆਰਾ। ਭਈ ਜਿਨ੍ਹਾਂ ਦੇ ਹਿਰਦੇ ਵਿੱਚ ਸੱਚ ਆ ਕੇ ਵਸ ਗਿਆ, ਪੱਲੇ ਦਾ ਅਰਥ ਹੈ ਹਿਰਦੇ ਵਿੱਚ, ਜਿਨ੍ਹਾਂ ਦੇ ਪੱਲੇ ਸੱਚ ਹੈ ਉਹ ਸਚਿਆਰ ਬਣ ਜਾਂਦੇ ਨੇ, ਸੱਚ ਦਾ ਘਰ ਬਣ ਜਾਂਦੇ। ਰੋਜ਼ ਬਚਨ ਪੜ੍ਹਦੇ ਕਿਵ ਸਚਿਆਰਾ ਹੋਈ ਹੈ, ਕਿਵ ਕੂੜੇ ਟੁੱਟੇ ਪਾਲ। ਸਾਡੇ ਅੰਦਰ ਇੱਕ ਕੂੜ ਦੀ ਕੰਧ ਹੈ, ਦੀਵਾਰ ਹੈ, ਬੜੀ ਮਜ਼ਬੂਤ ਹੈ। ਸਾਡੇ ਅੰਦਰ ਤੇ ਇੱਕ ਧਾਰਨਾ ਬਣ ਗਈ। ਅਸੀਂ ਭਾਵੇਂ ਧਰਮ ਦੀ ਦੁਨੀਆ 'ਚ ਹੋਈਏ, ਅਸੀਂ ਭਾਵੇਂ ਸਮਾਜ ਜਾਂ ਰਾਜਨੀਤੀ 'ਚ ਹੋਈਏ, ਅੱਜ ਦੇ ਮਨੁੱਖ ਦਾ ਇੱਕ ਧਾਰਨਾ ਬਣ ਗਈ ਜੀ ਝੂਠ ਤੋਂ ਬਿਨਾਂ ਕੰਮ ਨਹੀਂ ਚੱਲਦੇ। ਦੇਖੋ ਜੀ ਕਾਰੋਬਾਰ ਕਰਨੇ ਆ, ਜੇ ਝੂਠ ਨਾ ਬੋਲੀਏ ਕੰਮ ਨਹੀਂ ਚੱਲਦਾ। ਚਲੋ ਰਾਜਨੀਤਿਕ ਲੋਕੀ ਕਹਿਣ ਕੋਈ ਉਹ ਵੀ ਮਾੜਾ ਹੈ, ਕੋਈ ਵਧੀਆ ਨਹੀਂ, ਕੋਈ ਵੀ ਬੰਦਾ ਝੂਠ ਦੀ ਗੱਲ ਕਹੇ। ਧਰਮ ਦੀ ਦੁਨੀਆ 'ਚ ਦੇਖ ਲਓ, ਉੱਥੇ ਕਹਿੰਦੇ ਝੂਠ ਨਾ ਬੋਲੋ ਸੀ ਕੰਮ ਹੀ ਨਹੀਂ ਚੱਲਦਾ। ਧਰਮ ਸਥਾਨਾਂ ਤੇ ਕਾਬਜ ਹੋਣ ਲਈ ਝੂਠ, ਧਰਮ ਸਥਾਨਾਂ ਤੇ ਝੂਠ ਦਾ ਆਸਰਾ, ਧਰਮ ਦੇ ਨਾਂ ਤੇ ਝੂਠ ਬੋਲਿਆ ਜਾਂਦਾ, ਗੁਰੂ ਕੋਲ ਖਲੋ ਕੇ ਝੂਠ ਬੋਲਿਆ ਜਾਂਦਾ। ਕਿਉਂਕਿ ਸਾਡੇ ਅੰਦਰ ਇੱਕ ਝੂਠ ਦੀ ਦੀਵਾਰ ਬੜੀ ਮਜ਼ਬੂਤ ਹੈ, ਉਹਦੇ ਤੋਂ ਮੁਕਤ ਹੋਣਾ ਬੜਾ ਔਖਾ ਹੈ। ਤੇ ਸਤਿਗੁਰੂ ਜੀ ਨੇ ਸਵਾਲ ਹੀ ਪਹਿਲਾ ਕੀਤਾ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੇ ਪਾਲ। ਸਾਡੇ ਅੰਦਰੋਂ ਝੂਠ ਦੀ ਕੰਧ ਕਿਵੇਂ ਦੂਰ ਹੋਈ, ਕੂੜ ਤੋਂ ਕਿਵੇਂ ਮੁਕਤ ਹੋਈ? ਇਹ ਜਿਹੜੀ ਧਾਰਨਾ ਨੇ ਕਿ ਝੂਠ ਤੋਂ ਬਿਨਾਂ ਕੰਮ ਨਹੀਂ ਚੱਲ ਸਕਦੇ, ਸਿਰਫ ਇੱਕ ਬਹਾਨਾ ਹੈ। ਸੱਚ ਤੋਂ ਬਿਨਾਂ ਨਹੀਂ ਕੰਮ ਚੱਲ ਸਕਦੇ। ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਜਿੱਤ ਆਖਰ ਸੱਚ ਦੀ ਹੁੰਦੀ ਹੈ, ਆਨੰਦ ਸੱਚ ਦੀ ਜ਼ਿੰਦਗੀ ਦੇ ਅੰਦਰ ਹੈ। ਝੂਠ ਦੇ ਰਾਹੀਂ ਤੁਸੀਂ ਦੁਨਿਆਵੀ ਤੌਰ ਤੇ ਆਪਣਾ ਰੋਬ ਦਾ ਬਣਾ ਲਓਗੇ, ਝੂਠ ਦੇ ਰਾਹੀਂ ਤੁਸੀਂ ਦੁਨਿਆਵੀ ਤੌਰ ਤੇ ਪਦਾਰਥ ਕਮਾ ਲਓਗੇ, ਕਾਰੋਬਾਰ ਚਲਾ ਲਓਗੇ, ਪਰ ਉਹ ਸਭ ਕੁਝ ਇਵੇਂ ਹੋਏਗਾ ਜਿਵੇਂ ਰੇਤ ਦੀਆਂ ਕੰਧਾਂ ਖੜੀਆਂ ਕਰ ਦਿੱਤੀਆਂ ਨੇ। ਰੇਤ ਦੀਆਂ ਕੰਧਾਂ ਨਾਲ ਖੜੇ ਕੀਤੇ ਹੋਏ ਮਕਾਨ ਕੋਈ ਚਿਰ ਹੰਡਾਉਣੇ ਨਹੀਂ ਹੁੰਦੇ, ਉਹਨਾਂ 'ਚ ਖਤਰਾ ਹੀ ਰਹਿੰਦਾ ਹਰ ਵੇਲੇ। ਗੁਰਬਾਣੀ ਇਹ ਗੱਲ ਕਹਿੰਦੀ ਹੈ ਕਿ ਘਰ ਰੇਤ ਦੇ ਕੰਧ 'ਚ ਰਹਿਣ ਵਾਲਾ ਬੰਦਾ, ਘਰ 'ਚ ਰਹਿਣ ਵਾਲਾ ਬੰਦਾ ਸਦਾ ਖੁਸ਼ ਨਹੀਂ ਰਹਿ ਸਕਦਾ। ਇਹੀ ਕਾਰਨ ਹੈ ਅੱਜ ਸਾਡੇ ਕੋਲ ਪਦਾਰਥਾਂ ਦੀ ਕਮੀ ਨਹੀਂ ਹੈ, ਰੁਤਬੇ ਨੇ, ਸਾਡੇ ਕੋਲ ਦੁਨਿਆਵੀ ਪਦਾਰਥ ਨੇ, ਬੇਅੰਤ ਦਾਤਾਂ ਰੱਬ ਨੇ ਦਿੱਤੀਆਂ। ਅੱਜ ਦੇ ਮਨੁੱਖ ਨੂੰ ਦੇਖ ਲਓ, ਅੱਜ ਤੋਂ 100 ਸਾਲ ਪਹਿਲਾਂ ਦੀ ਮਨੁੱਖ ਦੀ ਜ਼ਿੰਦਗੀ ਦੇਖੋ, ਕਿੰਨੀਆਂ ਸਹੂਲਤਾਂ ਨੇ ਮਨੁੱਖ ਦੇ ਕੋਲ। ਪਰ ਹੁਣ ਤੁਸੀਂ ਦੇਖੋ ਸਾਡਾ ਸਮਾਜ ਕਿਹੋ ਜਿਹਾ ਹੈ, ਹੁਣ ਸਾਡੀ ਜ਼ਿੰਦਗੀ ਕਿਹੋ ਜਿਹੀ ਚਿੰਤਾਵਾਂ ਦੇ ਵਿੱਚ ਆਪਾਂ ਗ੍ਰਸਤ ਬੈਠੇ ਹਾਂ। ਘਰ 'ਚ ਬੈਠਿਆਂ ਵੀ ਚਿੰਤਾਵਾਂ ਨੇ। ਘਰ 'ਚ ਤਾਂ ਬੜਾ ਆਨੰਦ ਹੋਣਾ ਚਾਹੀਦਾ ਸੀ, ਸਾਡੇ ਘਰ ਜੰਗਲ ਬਣ ਗਏ ਨੇ,
ਸਾਡਾ ਸਮਾਜ ਜਿਹੜਾ ਉਹ ਡਿੱਗ ਰਿਹਾ ਹੈ। ਉਹਦਾ ਕਾਰਨ ਇਹ ਹੈ ਕਿ ਝੂਠ ਦੇ ਰਾਹੀਂ ਰੇਤ ਦੀਆਂ ਕੰਧਾਂ ਤੇ ਅਸੀਂ ਖੜੀਆਂ ਕਰ ਲਈਆਂ ਨੇ, ਪਰ ਇਹਨਾਂ ਰੇਤ ਦੀਆਂ ਕੰਧਾਂ ਦੇ ਅੰਦਰ ਬੈਠ ਕੇ ਸਕੂਨ ਨਹੀਂ ਮਿਲ ਸਕਦਾ, ਆਨੰਦ ਨਹੀਂ ਮਿਲ ਸਕਦਾ। ਉਹਦਾ ਕਾਰਨ ਕਿ ਇਹ ਸਿਰਫ ਝੂਠ ਦੇ ਆਸਰੇ ਖੜੀਆਂ ਕੀਤੀਆਂ ਨੇ। ਸਤਿਗੁਰੂ ਜੀ ਕਹਿੰਦੇ ਜਿਹੜਾ ਨਾਮ ਨੂੰ ਮੰਨੇਗਾ ਉਹਦੇ ਅੰਦਰ ਸੱਚ ਵਸ ਜਾਏਗਾ, ਉਹ ਸਚਿਆਰ ਬਣ ਜਾਏਗਾ। ਉਹਦੀ ਇੱਕ ਅਵਸਥਾ ਬਣੇਗੀ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਉਹਦੇ ਮਨ ਵਿੱਚ ਵੀ ਮੁਖ ਤੇ ਵੀ ਹਰ ਥਾਂ ਤੇ ਸੱਚ ਵਸ ਜਾਏਗਾ, ਸਚਿਆਰ ਬਣ ਜਾਏਗਾ। ਸਾਚੇ ਭਾਵੈ ਸ਼ਬਦ ਪਿਆਰਾ, ਜਿਹੜਾ ਉਸ ਸਦਾ ਕਾਇਮ ਰਹਿਣ ਵਾਲੇ ਵਾਹਿਗੁਰੂ ਜੀ ਨੂੰ ਭਾ ਜਾਏ। ਰੱਬ ਕਿਵੇਂ ਮਿਲਣਾ ਹੈ? ਜਦੋਂ ਅਸੀਂ ਵਾਹਿਗੁਰੂ ਜੀ ਨੂੰ ਭਾ ਜਾਵਾਂਗੇ, ਵਾਹਿਗੁਰੂ ਜੀ ਨੂੰ ਚੰਗੇ ਲੱਗਾਂਗੇ। ਬਾਹਰੀ ਤੌਰ 'ਤੇ ਆਪਾਂ ਦੇਖੋ ਕਿਸੇ ਅਫਸਰ ਕੋਲ ਜਾਣਾ ਹੁੰਦਾ ਹੈ, ਕਿਸੇ ਲੀਡਰ ਕੋਲ ਜਾਣਾ ਹੁੰਦਾ ਹੈ, ਅਸੀਂ ਕਹਿੰਦੇ ਕੱਪੜੇ ਸੋਹਣੇ ਹੋਣੇ ਚਾਹੀਦੇ ਹੈ, ਕਿਤੇ ਇਹ ਨਾ ਕਿਤੇ ਕੱਪੜੇ ਹੀ ਨਹੀਂ ਚੰਗੇ। ਅਸੀਂ ਦੇਖੋ ਇਹ ਗੱਲ ਵੱਖਰੀ ਹੈ, ਅਸੀਂ ਗੁਰਦੁਆਰੇ ਆਉਣਾ ਤਾਂ ਬਹੁਤਾ ਨਹੀਂ ਧਿਆਨ ਰੱਖਦੇ ਕਿ ਗੁਰਦੁਆਰੇ ਕਿਵੇਂ ਜਾਣਾ। ਅਸੀਂ ਗੁਰਦੁਆਰੇ ਦਸਤਾਰ ਹੀ ਨਹੀਂ ਸਜਾਉਂਦੇ ਆਉਣ ਲੱਗਿਆ, ਕਈ ਵਾਰੀ ਕੱਪੜਿਆਂ ਦਾ ਧਿਆਨ ਵੀ ਨਹੀਂ ਰੱਖਦੇ। ਆਮ ਦੁਨਿਆਵੀ ਦਫ਼ਤਰ ਜਾਣਾ ਹੋਏ ਨਾ, ਆਪਾਂ ਸੂਟ ਬੂਟ ਹੋ ਕੇ ਪ੍ਰੈਸ ਕਰਕੇ ਜਾਂਦੇ, ਸੈਂਡ ਸੁਣ ਲਾ ਕੇ, ਫਿਰ ਆਪਣੇ ਆਪ ਨੂੰ ਸਵਾਰ ਕੇ ਤੇ ਫਿਰ ਆਪਾਂ ਉੱਥੇ ਬੈਠਣ ਦਾ ਸਲੀਕਾ ਬੜਾ ਵਧੀਆ ਵਰਤਦੇ ਹਾਂ। ਕਿਤੇ ਸਾਡੇ ਕੋਲ ਵੱਧ ਘੱਟ ਨਾ ਬੋਲਿਆ ਜਾਏ, ਕਿਤੇ ਨਾਰਾਜ਼ ਨਾ ਹੋ ਜਾਏ, ਆਪਾਂ ਇਹਨੂੰ ਚੰਗੇ ਲੱਗੀਏ, ਸਾਡਾ ਕੰਮ ਨਿਕਲਣਾ ਚਾਹੀਦਾ। ਇਹ ਹੈ ਕਿ ਖੁਸ਼ ਹੋ ਜਾਏ ਸਾਡੇ ਤੇ, ਇਹੀ ਹੈ ਨਾ ਤਰੀਕਾ। ਜਦੋਂ ਅਸੀਂ ਪ੍ਰਮਾਤਮਾ ਨੂੰ ਖੁਸ਼ ਕਰ ਲਵਾਂਗੇ, ਪ੍ਰਮਾਤਮਾ ਨੂੰ ਖੁਸ਼ ਕਰ ਲਾਂਗੇ, ਆਪੇ ਮਿਲ ਜਾਏਗਾ। ਉਹ ਅੱਖਾਂ ਮੀਟੀਆਂ ਨਹੀਂ ਮਿਲਣਾ, ਜ਼ੋਰ ਲਾਇਆ ਨਹੀਂ ਮਿਲਣਾ, ਘਰ ਛੱਡਿਆ ਨਹੀਂ ਮਿਲਣਾ, ਇੱਧਰ ਉੱਧਰ ਭਟਕਿਆ ਨਹੀਂ ਮਿਲਣਾ। ਉਹ ਤੇ ਮਿਲਣਾ ਉਦੋਂ ਜਦੋਂ ਖੁਸ਼ ਹੋ ਜਾਏਗਾ ਸਾਡੇ ਤੇ ਖੁਸ਼ ਕਦੋਂ ਹੋਏਗਾ? ਜਦੋਂ ਅਸੀਂ ਆਪਣੇ ਆਪ ਨੂੰ ਸਵਾਰ ਲਵਾਂਗੇ। ਗੁਰਬਾਣੀ ਪੜ੍ਹਨ ਦਾ ਅਰਥ ਆਪਣੇ ਆਪ ਨੂੰ ਸਵਾਰਨਾ ਹੈ। ਗੁਰਬਾਣੀ ਸਾਡੇ ਅੰਦਰੋਂ ਬੁਰਾਈਆਂ ਨੂੰ ਦੂਰ ਕਰਦੀ ਹੈ। ਗੁਰਬਾਣੀ ਕਹਿੰਦੀ ਪਰ ਕਾ ਬੁਰਾ ਨ ਰਾਖੋ ਚੀਤ ਤੁਮਕੋ ਦੁੱਖ ਨਹੀਂ ਪਾਈ ਮੀਤ। ਬਾਬਾ ਫਰੀਦ ਸਾਹਿਬ ਜੀ ਨੇ ਗੱਲ ਕੀਤੀ, ਮੈਨੂੰ ਪ੍ਰਮਾਤਮਾ ਨੇ ਇੱਕ ਗੱਲ ਕੀ, ਆਪ ਸਵਾਰੇ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਗੁਰਦੁਆਰੇ ਆਉਣ ਦਾ ਅਰਥ ਆਪਣੇ ਆਪ ਨੂੰ ਸਵਾਰਨਾ ਹੈ। ਮਾਫ ਕਰਨਾ, ਇਹ ਨਾ ਗਿਣਨਾ ਕਿ ਮੈਂ 31 ਦਿਨ ਆਇਆ ਹੁਣ ਗੁਰੂ ਮਿਲ ਜਾਏਗਾ। ਆਉਣਾ ਮੁਬਾਰਕ ਹੈ, 31 ਨਹੀਂ 3100 ਵਾਰੀ ਆਓ। ਇਹ ਨਾ ਚੇਤੇ ਰੱਖਣਾ ਕਿ ਮੈਂ 31 ਮਾਲਾ ਫੇਰੀਆਂ ਰੱਬ ਮਿਲ ਜਾਏਗਾ। ਜੀ ਸਦਕੇ ਫੇਰੋ, ਪਰ 31 ਮਾਲਾ ਫੇਰੀਆਂ ਰੱਬ ਨਹੀਂ ਮਿਲਣਾ। ਜਾਂ ਤੁਸੀਂ ਕਹੋ ਜਿਵੇਂ 31 ਪਾਠ ਕਰ ਲਏ, 31 ਦਿਨ ਨੰਗੇ ਪੈਰੀ ਚਲੇ ਗਿਆ, ਇਹ ਤੁਹਾਡੀ ਆਪਣੀ ਮਰਜ਼ੀ ਹੈ, ਮੁਬਾਰਕ ਹੈ ਜੋ ਤੁਸੀਂ ਕਰਦੇ ਹੋ, ਪਰ ਰੱਬ ਇਵੇਂ ਨਹੀਂ ਮਿਲਣਾ। ਰੱਬ ਕਦੋਂ ਮਿਲਣਾ? ਜਦੋਂ ਰੱਬ ਖੁਸ਼ ਹੋ ਜਾਏਗਾ। ਰੱਬ ਕਦੋਂ ਖੁਸ਼ ਹੋ ਜਾਏਗਾ? ਜਦੋਂ ਤੁਸੀਂ ਰੱਬ ਦੀਆਂ ਨਜ਼ਰਾਂ 'ਚ ਪ੍ਰਵਾਨ ਹੋਗੇ, ਆਪਣੇ ਆਪ ਨੂੰ ਸਵਾਰ ਲੋਗੇ। ਹੁਣ ਅਸੀਂ ਤੇ ਅੰਦਰੋਂ ਮੈਲੇ, ਸਾਡੇ ਅੰਦਰ ਕੂੜ ਭਰਿਆ ਪਿਆ, ਬਾਹਰੋਂ ਮੈਂ ਚਿੱਟੇ ਕੱਪੜੇ ਪਾਏ ਨੇ, ਅੰਦਰ ਮੇਰੇ ਬੁਰਾਈਆਂ ਭਰੀਆਂ ਪਈਆਂ ਨੇ, ਨਫ਼ਰਤ ਭਰੀ ਪਈ ਹੈ, ਹੰਕਾਰ ਭਰਿਆ ਪਿਆ। ਮੈਂ ਰੱਬ ਨੂੰ ਕਿਵੇਂ ਚੰਗਾ ਲੱਗਾਂਗਾ? ਦੁਨੀਆ ਨੂੰ ਖੁਸ਼ ਕਰ ਸਕਦਾ ਮੈਂ ਚਿੱਟੇ ਕੱਪੜੇ ਪਾ ਕੇ? ਵਾਹਿਗੁਰੂ ਅੰਤਰਜਾਮੀ ਮੇਰੇ ਅੰਦਰ ਬੈਠਾ ਦੇਖਦਾ ਹੈ। ਗੁਰਬਾਣੀ ਪੜ੍ਹਨ ਦਾ, ਗੁਰੂ ਕੋਲ ਆਉਣ ਦਾ ਅਰਥ ਹੈ ਆਪਣੇ ਆਪ ਨੂੰ ਸਵਾਰਨਾ। ਔਰ ਗੁਰਬਾਣੀ ਦਾ ਇੱਕ ਇੱਕ ਬਚਨ ਸਾਡੀ ਜ਼ਿੰਦਗੀ ਦੀ ਘਾੜਤ ਕੱਢਦਾ। ਘੜੀਏ ਸ਼ਬਦ ਸੱਚੀ ਟਕਸਾਲ, ਗੁਰੂ ਕੇ ਸ਼ਬਦ ਦੀ ਟਕਸਾਲ ਅਸੀਂ ਜ਼ਿੰਦਗੀ ਦੀ ਘਾੜਤ ਕੱਢਣੀ, ਆਪਣੇ ਆਪ ਨੂੰ ਸਵਾਰਨਾ। ਜਦੋਂ ਬਾਣੀ ਪੜ੍ਹੋ ਇੱਕ ਯਤਨ ਕਰਿਆ ਕਰੋ। ਗੁਰੂ ਰਾਮਦਾਸ ਜੀ ਨੇ ਇੱਕ ਗੱਲ ਕਹੀ ਸੀ ਬੜੀ ਪਿਆਰੀ, ਬਾਣੀ ਇਸ ਖਿਆਲ ਨਾਲ ਨਹੀਂ ਪੜ੍ਹਨੀ ਚਲੋ ਫਟਾਫਟ ਨਿਤਨੇਮ ਕਰ ਲਈਏ। ਚੰਗੀ ਗੱਲ ਹੈ ਬਾਣੀ ਪੜ੍ਹਨਾ, ਪਰ ਫਟਾਫਟ ਨਿਤਨੇਮ ਕਰ ਲਈਏ, ਇੰਨਾ ਪਾਠ ਕਰ ਲਈਏ, ਉੱਥੇ ਜਾਈਏ, ਇਹਦਾ ਕੀ ਅਰਥ ਹੋਇਆ? ਬਾਣੀ ਇਸ ਕਰਕੇ ਪੜ੍ਹਨੀ ਹੈ ਕਿ ਆਪਾਂ ਅੱਜ ਬਾਣੀ ਪੜ੍ਹਦੇ ਹਾਂ ਕੁਝ ਸਮਝਣਾ ਹੈ। ਜਦੋਂ ਬਾਣੀ ਪੜ੍ਹਨ ਲੱਗੋ ਇੱਕ ਇਰਾਦਾ ਰੱਖੋ ਕਿ ਕੁਝ ਗੁਰਬਾਣੀ ਨੂੰ ਸਮਝਣਾ ਹੈ। ਜਿਸ ਦਿਨ ਤੁਸੀਂ ਸਮਝਣ ਵਾਲੇ ਬੰਨੇ ਲੱਗ ਪਏ, ਜਦੋਂ ਤੁਹਾਡੀ ਸੁਰਤ ਕਿਤੇ ਵੀ ਗੁਰਬਾਣੀ ਦੇ ਕਿਸੇ ਸ਼ਬਦ ਤੇ ਆਉਣ ਲੱਗ ਪਈ, ਜੋ ਆਨੰਦ ਤੁਹਾਨੂੰ ਆਏਗਾ ਉਹ ਆਨੰਦ ਬਿਆਨ ਨਹੀਂ ਕੀਤਾ ਜਾਏਗਾ, ਫਿਰ ਤੁਸੀਂ ਜੁੜੇ ਹੀ ਰਹੋਗੇ। ਗੁਰਬਾਣੀ ਪੜ੍ਹਨ ਦੀ ਗੱਲ ਗੁਰੂ ਰਾਮਦਾਸ ਜੀ ਨੇ ਕਹੀ ਸੀ ਕਿ ਜਦੋਂ ਬਾਣੀ ਪੜ੍ਹਦੇ ਸੋਚਿਆ ਕਰੋ ਕਿਆ ਗੁਰ ਕਹੇ ਕਿਆ ਹਮ ਕਾਰ ਕਮਾਵੇ। ਗੁਰੂ ਸਾਹਿਬ ਜੀ ਸਾਨੂੰ ਕੀ ਕਹਿੰਦੇ ਤੇ ਅਸੀਂ ਕੀ ਕਰਦੇ ਹਾਂ? ਗੁਰੂ ਸਾਹਿਬ ਤਾਂ ਕਹਿੰਦੇ ਪਰ ਕਾ ਬੁਰਾ ਨਾ ਰੱਖੋ ਚੀਤ, ਗੁਰੂ ਸਾਹਿਬ ਤੇ ਕਹਿੰਦੇ ਕਿਸੇ ਦਾ ਹੱਕ ਨਾ ਮਾਰੋ, ਗੁਰੂ ਸਾਹਿਬ ਤੇ ਕਹਿੰਦੇ ਕਿਸੇ ਨਾਲ ਝੂਠ ਨਾ ਬੋਲੋ, ਗੁਰੂ ਸਾਹਿਬ ਤੇ ਕਹਿੰਦੇ ਆ ਕਿਸੇ ਦੀ ਚੁਗਲੀ ਨਿੰਦਾ ਨਾ ਕਰੋ, ਗੁਰੂ ਸਾਹਿਬ ਤੇ ਕਹਿੰਦੇ ਕਿਸੇ ਨਾਲ ਨਫ਼ਰਤ ਨਾ ਕਰੋ। ਬਾਣੀ ਪੜ੍ਹਦੇ ਆ ਆਪਣੇ ਅੰਦਰ ਝਾਤ ਮਾਰਿਆ ਕਰੀਏ। ਸ਼ਬਦ ਪੜ੍ਹਨ ਦਾ ਅਰਥ ਬੰਦੇ ਖੋਜ ਦਿਲ ਹਰ ਰੋਜ਼ ਆਪਣੇ ਅੰਦਰ ਖੋਜ ਕਰਨੀ। ਬਾਣੀ ਪੜ੍ਹਦੇ ਆ ਵਿਚਾਰਨਾ ਕਿ ਜੋ ਬਾਣੀ ਕਹਿ ਰਹੀ ਕਿ ਉਹ ਮੇਰੇ ਅੰਦਰ ਤਾਂ ਨਹੀਂ। ਗੁਰਬਾਣੀ ਇੱਕ ਸ਼ੀਸ਼ਾ ਹੈ, ਸ਼ੀਸ਼ਾ। ਹੁਣ ਤੁਸੀਂ ਚਾਹੁੰਦੇ ਅਸੀਂ ਸੋਹਣੇ ਬਣਨਾ, ਤੁਸੀਂ ਚਾਹੁੰਦੇ ਹੋ ਅਸੀਂ ਤਿਆਰ ਹੋਣਾ, ਸੋਹਣੀ ਦਸਤਾਰ ਹੋਣੀ ਚਾਹੀਦੀ ਹੈ, ਸਭ ਕੁਝ ਸਾਡਾ ਚਿਹਰਾ ਮੋਹਰਾ ਸਾਫ਼ ਹੋਣਾ ਚਾਹੀਦਾ। ਤੁਸੀਂ ਸ਼ੀਸ਼ੇ ਦੇ ਸਾਹਮਣੇ ਗਏ ਤੇ ਸ਼ੀਸ਼ੇ ਦੇ ਸਾਹਮਣੇ ਜਾ ਕੇ ਅੱਖਾਂ ਮੀਟ ਲੀਆਂ ਤੁਸੀਂ, ਜਾਂ ਸ਼ੀਸ਼ੇ ਤੇ ਪਰਦਾ ਪਾ ਲਿਆ। ਤੁਸੀਂ 50 ਵਾਰੀ ਸ਼ੀਸ਼ੇ ਦੇ ਸਾਹਮਣੇ ਜਾਓ, ਅੱਖਾਂ ਮੀਟੀ ਰੱਖੋਗੇ ਤੇ ਤੁਸੀਂ ਸੋਹਣੇ ਕਿਵੇਂ ਬਣ ਸਕੋਗੇ? ਗੁਰਬਾਣੀ ਇੱਕ ਸ਼ੀਸ਼ਾ ਹੈ, ਜਿਉਂ ਘਰ ਨਿਰਮਲ ਆਰਸੀ ਜਗ ਦੇਖਣ ਵਾਲਾ। ਭਾਈ ਗੁਰਦਾਸ ਜੀ ਕਹਿੰਦੇ ਗੁਰੂ ਇੱਕ ਸ਼ੀਸ਼ਾ ਹੈ।
ਗੁਰੂ ਦੇ ਸਾਹਮਣੇ ਆ ਕੇ ਗੁਰੂ ਰਾਹੀਂ ਆਪਣੇ ਅੰਦਰ ਝਾਤ ਮਾਰਿਆ ਕਰੋ। ਜਿਵੇਂ ਸ਼ੀਸ਼ੇ ਰਾਹੀਂ ਦੇਖਦੇ ਸਾਡੇ ਮੂੰਹ ਤੇ ਕੋਈ ਦਾਗ ਨਹੀਂ ਲੱਗਾ, ਸਾਡੇ ਕੇਸ ਠੀਕ ਨੇ, ਸਾਡੀ ਦਸਤਾਰ, ਸਾਡੇ ਕੱਪੜੇ, ਸਾਡਾ ਚਿਹਰਾ ਠੀਕ ਹੈ, ਇਹੀ ਕੋਈ ਦੇਖਦੇ ਹਾਂ। ਜਿੱਥੇ ਨਹੀਂ ਠੀਕ ਉਹਨੂੰ ਆਪਾਂ ਠੀਕ ਕਰ ਲੈਂਦੇ ਹਾਂ। ਗੁਰਬਾਣੀ ਪੜ੍ਹਨ ਦਾ ਅਰਥ ਹੈ ਸ਼ੀਸ਼ੇ ਨੂੰ ਦੇਖਣਾ। ਗੁਰਦੁਆਰੇ ਆਉਣ ਦਾ ਅਰਥ ਹੈ ਸ਼ੀਸ਼ੇ ਦੇ ਮੋਹਰੇ ਆਉਣਾ ਕਿ ਸਾਡੇ 'ਚ ਕਿਹੜੀਆਂ ਬੁਰਾਈਆਂ ਵੀ ਉਹਨੂੰ ਆਪਾਂ ਦੂਰ ਕਰੀਏ। ਜਦੋਂ ਆਪਾਂ ਸ਼ੀਸ਼ੇ ਨੂੰ ਦੇਖਣਾ ਸ਼ੁਰੂ ਕਰ ਦੇਵਾਂਗੇ, ਆਪਣੇ ਅੰਦਰ ਝਾਤ ਮਾਰਨੀ ਸ਼ੁਰੂ ਕਰ ਦੇਵਾਂਗੇ, ਸੱਚ ਜਾਨਣਾ, ਆਪਣੇ ਆਪ ਹੀ ਬੁਰਾਈਆਂ ਦੂਰ ਹੁੰਦੀਆਂ ਜਾਣਗੀਆਂ। ਪਰ ਸਾਡੇ ਤੇ ਹਾਲਾਤ ਕੁਝ ਬਣ ਗਏ, ਦਿਨ ਚੜ੍ਹਦਾ ਤੇ ਉੱਲੂ ਅੱਖਾਂ ਮੀਟ ਕੇ ਬੈਠ ਜਾਂਦਾ, ਉਹ ਕਹਿੰਦਾ ਦਿਨ ਚੜ੍ਹਿਆ ਹੀ ਨਹੀਂ ਹੈ। ਅਸੀਂ ਬਾਣੀ ਵੀ ਪੜ੍ਹਦੇ ਹਾਂ, ਪਾਠ ਬੜੇ ਕਰਾਉਂਦੇ, ਬਹੁਤ ਕੁਝ ਹੋ ਰਿਹਾ ਹੈ, ਪਰ ਮਾਫ਼ ਕਰਨਾ, ਆਪਣੇ ਆਪ ਨੂੰ ਸਵਾਰਨ ਵਾਲੇ ਬੰਨੇ ਜਦੋਂ ਲੱਗ ਗਏ ਕੋਈ ਦੁੱਖ ਨਹੀਂ ਰਹੇਗਾ, ਕੋਈ ਚਿੰਤਾ ਨਹੀਂ ਰਹੇਗੀ। ਸਤਿਗੁਰੂ ਸਾਹਿਬ ਜੀ ਕਹਿੰਦੇ ਜਦੋਂ ਅਸੀਂ ਵਾਹਿਗੁਰੂ ਜੀ ਨੂੰ ਪ੍ਰਵਾਨ ਹੋ ਗਏ ਨਾ, ਦਰਅਸਲ ਉਦੋਂ ਹੀ ਅਸੀਂ ਪਿਆਰੇ ਬਣ ਜਾਵਾਂਗੇ, ਸ਼ਬਦ ਦੇ ਨਾਲ ਸਾਡਾ ਪਿਆਰ ਬਣ ਜਾਏਗਾ। ਭਵਨ ਸਾਚ ਕਲਾ ਧਰ ਥਾਪੀ, ਸਾਚੇ ਹੀ ਪਤਿਆਏ ਦਾ। ਤੇਰੇ ਭਵਨ ਦਾ ਅਰਥ ਕਿ ਤਿੰਨਾਂ ਭਵਨਾਂ 'ਚ ਉਸ ਵਾਹਿਗੁਰੂ ਜੀ ਨੇ ਆਪਣੀ ਕਲਾ, ਆਪਣੀ ਸ਼ਕਤੀ, ਆਪਣੀ ਪਾਵਰ ਜਿਹੜੀ ਟਿਕਾਈ ਹੈ ਔਰ ਜਗਤ ਨੂੰ ਪ੍ਰਮਾਤਮਾ ਨੇ ਸਿਰਜਿਆ ਹੋਇਆ ਹੈ। ਸਾਚੇ ਹੀ ਪਤਿਆਏ ਦਾ, ਗੁਰੂ ਕੇ ਸ਼ਬਦ ਰਾਹੀਂ ਸੱਚ ਨਾਲ ਸਾਂਝ ਪਾ ਲਓ। ਜਦੋਂ ਤੁਸੀਂ ਸੱਚ ਨਾਲ ਜੁੜੋਗੇ ਉਦੋਂ ਤੁਹਾਡਾ ਮਨ ਪਤੀਜ ਜਾਏਗਾ। ਅਸੀਂ ਕਹਿੰਦੇ ਕਿ ਮਨ ਮੰਨਦਾ ਨਹੀਂ। ਮਨ ਕਿਉਂ ਨਹੀਂ ਮੰਨਦਾ? ਮਨ ਇਸ ਕਰਕੇ ਨਹੀਂ ਟਿਕਦਾ, ਮਨ ਇਸ ਕਰਕੇ ਨਹੀਂ ਜੁੜਦਾ ਕਿ ਮਨ ਤਾਂ ਮੈਲਾ ਹੈ। ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ ਹੈ ਕਿ ਪਤੰਗ ਉਹਨਾਂ ਚਿਰ ਉੜਦੀ ਜਿੰਨਾ ਚਿਰ ਹਵਾ ਚੱਲਦੀ ਹੈ, ਹਵਾ ਨਾ ਚੱਲੇ ਫਿਰ ਨਹੀਂ ਉੜਦੀ। ਇੱਕ ਬੱਚਿਆਂ ਦੀ ਖੇਡ ਲਾਟੂ ਹੁੰਦੀ ਹੈ, ਰੱਸੀ ਨੂੰ ਲਾਟੂ ਬੰਨਿਆ ਹੁੰਦਾ, ਉਹਨੂੰ ਆਪਾਂ ਵੱਟ ਚੜ੍ਹਦੇ ਹਾਂ ਰੱਸੀ ਨੂੰ ਤੇ ਘੁੰਮਦਾ, ਉਹਨਾਂ ਚਿਰ ਘੁੰਮੇਗਾ ਜਿੰਨਾ ਚਿਰ ਵੱਟ ਚੜਿਆ। ਜਦੋਂ ਵੱਟ ਦਾ ਅਸਲ ਲੱਥ ਗਿਆ ਉਹ ਲਾਟੂ ਟਿਕ ਜਾਏਗਾ। ਕਹਿੰਦੇ ਸੁਨਿਆਰੇ ਦੀ ਕੁਠਾਲੀ 'ਚ ਸੋਨਾ ਉਹਨਾਂ ਚਿਰ ਹਿਲਦਾ ਜਿੰਨਾ ਚਿਰ ਖੋਟ ਹੁੰਦੀ ਹੈ, ਜਦੋਂ ਖੋਟ ਨਾ ਹੋਏ ਐਨ ਟਿਕ ਜਾਂਦਾ। ਭਾਈ ਗੁਰਦਾਸ ਜੀ ਕਹਿੰਦੇ ਦੁਬਦਾ ਦੁਰਮਤ ਭਰਮਤ ਹੈ ਚਤੁਰਕੁੰਟ ਗੁਰਮਤ ਏਕ ਟਿਕ ਮੌਨ ਨਾ ਭਗਤ ਹੈ। ਸਾਡਾ ਮਨ ਉਹਨਾਂ ਚਿਰ ਹੀ ਭਟਕੇਗਾ ਜਿੰਨਾ ਚਿਰ ਅੰਦਰ ਖੋਟ ਹੈ, ਬੇਈਮਾਨੀ ਹੈ, ਅੰਦਰੋਂ ਜਿੰਨਾ ਚਿਰ ਹੰਕਾਰ ਹੈ। ਜਦੋਂ ਅਸੀਂ ਗੁਰਮਤ ਨਾਲ ਜੁੜ ਗਏ, ਗੁਰੂ ਕੇ ਸ਼ਬਦ ਨਾਲ ਜੁੜ ਕੇ ਆਪਣੇ ਮਨ ਨੂੰ ਸਵਾਰਨਾ ਸ਼ੁਰੂ ਕਰਤਾ, ਮਨ ਆਪਣੇ ਆਪ ਟਿਕ ਜਾਏਗਾ। ਫਿਰ ਅੱਖਾਂ ਨਹੀਂ ਮੀਟਣ ਦੀ ਲੋੜ ਰਹੇਗੀ, ਫਿਰ ਜ਼ੋਰ ਨਹੀਂ ਲਾਉਣਾ ਪਏਗਾ। ਇਹ ਤਾਂ ਇੱਕ ਨੈਚੁਰਲੀ ਕੁਦਰਤੀ ਪ੍ਰਕਿਰਿਆ ਹੈ। ਤੁਹਾਨੂੰ ਨੀਂਦ ਨਹੀਂ ਆਉਂਦੀ, ਤੁਸੀਂ ਕਹੋ ਜੀ ਜ਼ੋਰ ਲਾਓ ਨੀਂਦ ਆ ਜਾਏਗੀ, ਕਿਤੇ ਰਲ ਕੇ ਜ਼ੋਰ ਲਾਓ ਜੀ ਨੀਂਦ ਆ ਜਾਏ, ਨੀਂਦ ਕਰੋ ਨੀਂਦ ਆ ਜਾਏਗੀ। ਤੁਹਾਨੂੰ ਭੁੱਖ ਨਹੀਂ ਲੱਗਦੀ, ਤੁਸੀਂ ਕਹੋ ਜੀ ਰੌਲਾ ਪਾਓ ਭੁੱਖ ਲੱਗ ਜਾਏ, ਆ ਜਾਏਗੀ ਕਿਤੇ, ਭੁੱਖ ਲੱਗ ਜਾਏਗੀ। ਇਹ ਤਾਂ ਇੱਕ ਕੁਦਰਤੀ ਪ੍ਰਕਿਰਿਆ ਹੈ। ਰੱਬ ਨੂੰ ਮਿਲਣਾ ਇੱਕ ਕੁਦਰਤੀ ਪ੍ਰਕਿਰਿਆ ਹੈ, ਉਹ ਜ਼ੋਰ ਨਾਲ ਨਹੀਂ ਮਿਲਣਾ। ਉਹ ਕੁਦਰਤੀ ਪ੍ਰਕਿਰਿਆ ਕਿ ਜਿਵੇਂ ਤੁਸੀਂ ਤੰਦਰੁਸਤ, ਨੀਂਦ ਆਪੀ ਆ ਜਾਂਦੀ ਥੱਕਿਆਂ, ਤੁਸੀਂ ਠੀਕ ਹੋ ਤੇ ਭੁੱਖ ਆਪਣੇ ਆਪ ਹੀ ਲੱਗਦੀ ਹੈ। ਜਦੋਂ ਤੁਸੀਂ ਅੰਦਰੋਂ ਤੰਦਰੁਸਤ ਹੋ ਗਏ, ਜਦੋਂ ਤੁਹਾਡੇ ਅੰਦਰ ਰੱਬੀ ਗੁਣ ਵਸ ਗਏ, ਅੰਦਰੋਂ ਤੁਸੀਂ ਜਦੋਂ ਬੁਰਾਈਆਂ ਤੋਂ ਮੁਕਤ ਹੋ ਗਏ, ਫਿਰ ਤਾਂ ਆਪਣੇ ਆਪ ਹੀ ਜੋਤੀ ਜੋਤ ਮਲਾਇਦਾ ਹੋ ਜਾਏਗਾ। ਪਰਮਾਤਮਾ ਦੇ ਵਿੱਚ ਤੁਸੀਂ ਆਟੋਮੈਟਿਕਲੀ ਲੈਵਲੀ ਨੂੰ ਹੋ ਜਾਓਗੇ। ਫਿਰ ਦੁਨੀਆ ਪਤਾ ਕੀ ਕਹੇਗੀ? ਰੱਬ ਨੂੰ ਮਿਲਣਾ ਇਸ ਸਰੀਰ ਨੂੰ ਛੱਡਣ ਤੋਂ ਬਾਅਦ ਨਹੀਂ, ਇਸ ਸਰੀਰ ਦੇ ਅੰਦਰ ਹੈ। ਦੁਨੀਆ ਪਤਾ ਕੀ ਕਹੇਗੀ? ਇਹ ਬੰਦਾ ਤੇ ਰੱਬ ਵਰਗਾ ਹੀ ਹੈ, ਇਹ ਜੀ ਰੱਬ ਹੀ ਹੈ ਸਾਡੇ ਲਈ, ਤਾਂ ਰੱਬ ਵਰਗਾ ਇਹ ਬੰਦਾ। ਉਦੋਂ ਤੁਸੀਂ ਰੱਬ ਬਣ ਜਾਓਗੇ, ਜਿਉਂਦੇ ਜੀ ਰੱਬ ਬਣਨੇ। ਗੁਰਬਾਣੀ ਇਹ ਗੱਲ ਕਹਿੰਦੀ, ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕੇਲਾਨੀ। ਜਿਨ੍ਹਾਂ ਨੇ ਵਾਹਿਗੁਰੂ ਦਾ ਸਿਮਰਨ ਕੀਤਾ ਉਹ ਵਾਹਿਗੁਰੂ ਬਣ ਜਾਂਦੇ ਨੇ। ਵਾਹਿਗੁਰੂ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ ਤਾਂ ਕਿ ਅਸੀਂ ਵਾਹਿਗੁਰੂ ਬਣ ਸਕੀਏ। ਕੋਈ ਡਾਕਟਰ ਬਣ ਜਾਏ, ਕੋਈ ਇੰਜੀਨੀਅਰ ਬਣ ਜਾਏ, ਕੋਈ ਵਪਾਰੀ ਬਣ ਜਾਏ, ਕੋਈ ਕੁਝ ਬਣ ਜਾਏ, ਮੁਬਾਰਕ ਹੈ। ਪਰ ਜਿੰਨਾ ਚਿਰ ਵਾਹਿਗੁਰੂ ਨਾ ਬਣਿਆ ਉਹਦੀ ਜ਼ਿੰਦਗੀ ਅਕਾਰਤ ਹੈ, ਉਹ ਸਫਲ ਨਹੀਂ ਗਿਣਿਆ ਜਾਏਗਾ। ਇਹ ਗੋਬਿੰਦ ਮਿਲਣ ਕੀ ਜ਼ਿੰਦਗੀ ਮਿਲੀ ਹੈ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਜਦੋਂ ਗੋਬਿੰਦ ਵਿੱਚ ਵਿਲੀਨ ਹੋ ਗਏ, ਸਤਿਗੁਰੂ ਜੀ ਨੇ ਗੱਲ ਸ਼ੁਰੂ ਕੀਤੀ ਸੀ, ਦਰਸ਼ਨ ਪਾਵਾਂ ਜੇ ਤੁਧ ਭਾਵਾਂ। ਵਾਹਿਗੁਰੂ ਜੀ ਜਦੋਂ ਮੈਂ ਤੁਹਾਨੂੰ ਪ੍ਰਵਾਨ ਹੋ ਜਾਊਂ ਉਦੋਂ ਤੁਹਾਡੇ ਦੀਦਾਰ ਹੋਣਗੇ। ਉਹ ਵਾਹਿਗੁਰੂ ਜੀ ਨੂੰ ਪ੍ਰਵਾਨ ਹੋਣ ਲਈ ਗੁਰਬਾਣੀ ਤੇ ਸੰਗਤ ਸਾਡੇ ਕੋਲ ਓਟ ਆਸਰਾ ਹੈ। ਤੁਸੀਂ ਬਹੁਤ ਵਡਭਾਗੀ ਹੋ ਇਸ ਮਹਾਨ ਪਵਿੱਤਰ ਸਥਾਨ ਤੇ ਆ ਕੇ ਗੁਰੂ ਕੇ ਦੀਦਾਰ ਕਰਨ ਦਾ, ਗੁਰੂ ਕਾ ਸ਼ਬਦ ਸੁਣਨ ਦਾ ਤੁਹਾਨੂੰ ਸੁਭਾਗ ਪ੍ਰਾਪਤ ਹੋਇਆ। ਗੁਰੂ ਚਰਨਾਂ 'ਚ ਅਰਦਾਸ ਹੈ ਇਹ ਉਦਮ ਸਤ ਸੰਗਤ ਦਾ, ਬਾਣੀ ਦਾ ਸਤਿਗੁਰੂ ਜੀ ਰੋਜ਼ ਬਖਸ਼ਣ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਭੁੱਲ ਚੁੱਕ ਦੀ ਖਿਮਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ